I'll try and explain what's going on. It's a very complex issue and it has a lot of layers. So ਇਹਦੇ ਵਿੱਚ ਕਾਫੀ ਇਸ਼ੂ ਜੋ ਹੈਗੇ ਨਾਲ ਜੁੜੇ ਹੋਏ ਆ, ਬਟ ਇਹਦੇ ਵਿੱਚ ਜੋ ਹੈਗੇ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਸਮਝਾਉਣ ਨੂੰ ਕਿ ਕੀ ਗੱਲ ਹੈਗੀ ਆ, ਕੀ ਨਹੀਂ, ਕਿਉਂ ਰੌਲਾ ਪੈ ਰਿਹਾ ਤੇ ਗਵਰਨਮੈਂਟ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਕੀ ਨਹੀਂ। ਉਹਦੇ ਵਿੱਚ ਸਾਨੂੰ ਬੈਕਗ੍ਰਾਉਂਡ ਤੇ ਜਾਣਾ ਪੈਂਦਾ ਆ। ਬੈਕਗ੍ਰਾਉਂਡ ਇਹ ਹੈ ਜੀ that 58% of India ਜੋ ਹੈਗਾ ਆ ਇਹ ਡਿਪੈਂਡੈਂਟ ਹੈਗਾ ਐਗਰੀਕਲਚਰ ਦੇ ਉੱਤੇ ਤੇ, ਚਾਹੇ ਡਾਇਰੈਕਟਲੀ ਇਨਵੋਲਵਡ ਇਨ ਐਗਰੀਕਲਚਰ मतलब ਕਿ फार्मिंग, ਜਾਂ ਫਿਰ ਉਹਦੇ ਚ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਵ मतलब कि फार्मਰਾਂ ਨੂੰ ਸਪਲਾਈ ਕਰਨਾ, ਜਿੱਦਾਂ ਟਰੈਕਟਰ ਹੋ ਗਏ ਔਰ ਮੈਨੂਫੈਕਚਰਿੰਗ ਇਕਵਿਪਮੈਂਟ ਹੋ ਗਿਆ, ਬਾय ਐਂਡ ਸੇਲ ਆਫ ਪ੍ਰੋਡਿਊਸ ਹੋ ਗਈ, ਉਹਦੇ ਵਿੱਚ ਜੋ ਹੈਗਾ ਸ਼ੌਪਕੀਪਰਸ ਹੋ ਗਏ ਜੋ ਕਿ ਗਾਹਾਂ ਅੱਗੇ ਸੈਲ ਕਰਦੇ ਆ। ਸੋ 58% ਹੀ ਬਹੁਤ ਵੱਡੀ ਵੋਟ ਬੈਂਕ ਹੋ ਜਾਂਦੀ ਆ। ਹੁਣ ਜੇ ਤੁਸੀਂ ਸੋਚਦੇ ਕਿ ਜੀ 60% ਰੱਖ ਲਓ ਕਿ ਤੁਹਾਡੇ ਦੇਸ਼ ਦਾ ਉਹ ਖੇਤੀਬਾੜੀ ਨਾਲ ਜੁੜੇ ਹੋ, ਉਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਓਗੇ ਜਾਂ ਉਹਨਾਂ ਨੂੰ ਕੋਈ ਨੁਕਸਾਨ ਹੋ ਗਿਆ ਜਾਂ ਉਹਨਾਂ ਦਾ ਕੋਈ ਫਾਇਦਾ ਹੋ ਗਿਆ, ਉਹ ਤੁਹਾਡੇ ਲਈ ਵੋਟਾਂ ਬਹੁਤ ਜ਼ਿਆਦਾ ਆ। ਉਹਦੇ ਨਾਲ ਇਨਫੈਕਟ ਤੁਸੀਂ ਸਿਰਫ ਕਿਸਾਨਾਂ ਦੀਆਂ ਵੋਟਾਂ ਨਾਲ ਤੁਸੀਂ ਇਲੈਕਸ਼ਨ ਜਿੱਤ ਸਕਦੇ ਆ ਜੇ ਤੁਸੀਂ ਪੂਰੇ ਇੰਡੀਆ ਦੀ ਕਿਸਾਨਾਂ ਦੀਆਂ ਤੋਲਾਂ ਜੁੜੇ ਹੋਏ ਫੈਮਲੀਜ਼ ਆ ਉਹਨਾਂ ਦੀ ਵੋਟ ਬੈਂਕ ਦੇ ਨਾਲ। ਇਸ ਲਈ ਇਹ ਵੱਡਾ ਮੁੱਦਾ ਇੰਡੀਆ ਦੇ ਵਿੱਚ ਔਨ ਅ ਬਿਗ ਸਕੇਲ। ਓਬਵੀਅਸਲੀ ਬਾਹਰਲੀ ਸਰਕਾਰਾਂ ਨੂੰ ਇਸ ਚੀਜ਼ ਦੇ ਬਾਰੇ ਕੋਈ ਫਿਕਰ ਨਹੀਂ, ਬਟ ਆਪਾਂ ਜੋ ਬਾਹਰ ਬੈਠੇ ਆ ਲੋਕ, ਆਪਾਂ ਕਾਫੀ ਜੁੜੇ ਹਾਂ ਪੰਜਾਬ ਨਾਲ। ਕਈਆਂ ਦੀ ਮੇਰੇ ਵਰਗੇ ਦੀਆਂ ਜ਼ਮੀਨਾਂ ਹੈਗੀਆਂ ਪਿੱਛੇ, ਕਈਆਂ ਨੇ ਆਪਣੀ ਜ਼ਮੀਨਾਂ ਠੇਕੇ ਤੇ ਦਿੱਤੀਆਂ ਆ, ਕਈਆਂ ਦੇ ਆਪਣੇ ਰਿਸ਼ਤੇਦਾਰ ਆ, ਮਾਮੇ ਚਾਚੇ ਤਾਏ ਜੋ ਪਿੱਛੇ ਆ ਇਹਨੂੰ ਖੇਤੀਬਾੜੀ ਨਾਲ ਜੁੜੇ ਹੋ ਆ। ਇਹ ਕਹਿਣਾ ਜ਼ਰੂਰੀ ਹੈ ਜੀ ਕਿ ਇਹ ਇਕੱਲਾ ਪੰਜਾਬ ਦਾ ਮਸਲਾ ਨਹੀਂ ਹੈਗਾ, ਇਹ ਪੂਰਾ ਵਰਲਡ ਵਾਈਡ ਸੌਰੀ ਇੰਡੀਆ ਨੇਸ਼ਨ ਵਾਈਡ ਹੈਗਾ ਇਸ਼ੂ ਹੈਗਾ। ਇਹਦੇ ਵਿੱਚ ਹਰਿਆਣੇ ਦੇ ਫਾਰਮਰ ਵੀ ਜੁੜੇ ਹੋ ਆ, ਕੇਰਲਾ ਦੇ ਵੀ ਜੁੜੇ ਹੋ ਆ, ਤਾਮਿਲਨਾਡੂ ਦੇ ਵੀ ਜੁੜੇ ਹੋ ਆ, ਬਿਹਾਰ ਦੇ ਵੀ ਜੁੜੇ ਹੋ, यूपी ਦੇ ਫਾਰਮਰਸ ਵੀ ਜੁੜੇ ਹੋ। ਪਿਛਲੇ ਦਿਨਾਂ ਤੋਂ ਮੀਡੀਆ ਨੇ ਕੁਝ ਇੰਡੀਆ ਦੀ ਨੇ ਇੱਦਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਇਹ ਇਕੱਲਾ ਸਿੱਖਾਂ ਦਾ ਮਸਲਾ ਹੈ ਜਾਂ ਪੰਜਾਬੀਆਂ ਦਾ ਮਸਲਾ ਹੈ। ਐਕਚੁਅਲੀ ਇਹ ਗੱਲ ਸਹੀ ਨਹੀਂ, ਐਂਡ ਈਵਨ ਜੋ ਲੋਕ ਇੱਦਾਂ ਦੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਟਵਿੱਟਰ ਨੇ ਵੀ ਉਹਨਾਂ ਨੂੰ ਕਿਹਾ ਕਿ ਐਕਚੁਅਲੀ ਇਹ ਜੋ ਇਨਫੋਰਮੇਸ਼ਨ ਹੈ ਇਹ ਮਿਸਗਾਈਡਡ ਆ ਐਂਡ ਮਿਸਲੀਡਿੰਗ ਹੈਗੀ ਹੈ। ਇਹਦੇ ਵਿੱਚ ਜੀ ਉਹਨਾਂ ਨੇ ਬਹੁਤ ਮੀਡੀਆ ਨੇ ਗੱਲਾਂ ਕਹੀਆਂ ਕਿ ਜੀ ਇਹ ਜੀ ਖਾਲਿਸਤਾਨ ਨਾਲ ਜੁੜਿਆ ਹੋਇਆ ਆ, ਇਹਦੇ ਵਿੱਚ ਇਹ ਕਾਂਗਰਸ ਪਾਰਟੀ ਨੇ ਰੌਲਾ ਪਾਇਆ ਆ ਕਿ ਉਹਦੇ ਵਿੱਚ। ਦੇਖੋ ਜੀ, ਜਦੋਂ 80 ਸਾਲ ਦੇ ਜਾਂ 70 ਸਾਲ ਦੇ ਬਜ਼ੁਰਗ ਰੋਡ ਤੇ ਆ ਜਾਣ ਤੇ ਮੋਰਚਾ ਲਾਉਣ, ਕਿਉਂਕਿ ਮੈਂ ਤੁਹਾਨੂੰ ਐਕਸਪੀਰੀਅੰਸ ਤੋਂ ਦੱਸ ਰਿਹਾ, 60 ਸਾਲਾਂ ਦੇ ਜਦੋਂ ਤੁਸੀਂ ਟੱਪ ਜਾਂਦੇ ਨਾ ਤਾਂ ਤੁਹਾਡੇ ਤੋਂ ਬੈੱਡ ਚੋਂ ਮਸੀਂ ਨਿਕਲ ਹੁੰਦਾ ਦਿਹਾੜੀ ਲਾਉਣ ਲਈ। ਉਸ ਵੇਲੇ ਤਾਂ ਬੰਦੇ ਰਿਟਾਇਰ ਕਰਨ ਦੀ ਉਮਰ ਆਈ ਹੋਆ। ਜਿਹੜੇ ਲੋਕ ਇਸ ਉਮਰ ਚ ਆ ਕੇ 70-80 ਸਾਲਾਂ ਦੇ 60 ਸਾਲਾਂ ਦੇ ਬਾਹਰ ਨਿਕਲੇ ਹੋ ਸੜਕਾਂ ਤੇ, ਉਹ ਕੋਈ ਵਜ੍ਹਾ ਲਈ ਨਿਕਲਦਾ, ਖਾਸ ਤੌਰ ਤੇ ਕੋਵਿਡ ਦੇ ਸਿਚੁਏਸ਼ਨ ਵਿੱਚ ਜਿੱਥੇ ਬਜ਼ੁਰਗਾਂ ਨੂੰ ਜ਼ਿਆਦਾ ਹੈਗਾ ਨੁਕਸਾਨ ਹੈਗਾ, ਜਿੰਨਾ ਖਤਰਾ ਹੈਗਾ, ਕੋਈ ਆਪਣਾ ਜਾਨ ਜੋਖਮ ਵਿੱਚ ਕਿਉਂ ਪਾਉਂਦਾ ਹੈ? ਉਹ ਤਾਂ ਹੀ ਪਾਉਂਦਾ ਜੀ ਕਿ ਉਹਦੇ ਰੋਟੀ ਪਾਣੀ ਦਾ ਮਸਲਾ ਹੋਵੇ। ਹੁਣ ਆਪਾਂ ਡਰਦੇ ਬਾਹਰ ਨਹੀਂ ਜਾਂਦੇ ਕੋਵਿਡ ਤੋਂ, ਕਿਉਂਕਿ ਆਪਾਂ ਨੂੰ ਪਤਾ ਕਿ ਜੇ ਕੋਵਿਡ ਹੋ ਗਈ ਆਪਾਂ ਮਰ ਜਾਣਾ, ਸਿੱਧੀ ਜੀ ਗੱਲ ਹੈ। ਬਜ਼ੁਰਗ ਨਹੀਂ ਜਾਂਦੇ, ਪਰ ਜੇ ਤੁਹਾਡੀ ਰੋਟੀ ਤੇ ਗੱਲ ਬਣਿਆ ਹੀ ਤਾਂ ਫਿਰ ਤਾਂ ਤੁਹਾਨੂੰ ਸੜਕ ਤੇ ਉਤਰਨਾ ਹੀ ਪੈਂਦਾ। ਇਹ ਤਾਂ ਲੋਕ ਉਤਰੇ ਹੋ ਆ ਸੜਕਾਂ ਤੇ ਕਿ ਇਹ ਆਪਣੇ ਆਪ ਸੋਚਦੇ ਕਿ ਸਾਡੀ ਰੋਜ਼ੀ ਰੋਟੀ ਦਾ ਮਸਲਾ ਹੈਗਾ, ਐਂਡ ਓਬਵੀਅਸਲੀ ਮਸਟ ਬੀ ਟਰੂ ਹੈ ਨਾ, ਅਦਰਵਾਈਜ਼ ਕੋਈ ਇੱਦਾਂ ਦੇ ਰਿਸਕ ਲੈਣ ਨੂੰ ਤਿਆਰ ਨਹੀਂ ਹੈਗਾ। ਸੋ ਪਹਿਲਾਂ ਸਾਨੂੰ ਨੋਟ ਕਰਨਾ ਚਾਹੀਦਾ, ਜਿਹੜੇ ਰੋਡਾਂ ਤੇ ਉਤਰੇ ਹੋ ਆ ਜੀ ਉਹ ਕੋਈ ਇੱਕ ਧਰਮ ਦੇ ਨਹੀਂ ਹੈਗੇ। ਜੇ 6 ਸਿੱਖ ਧਰਮ ਦੇ ਤੁਰੇ ਹੋ ਆ ਤਾਂ ਉਹਨਾਂ ਦੇ ਨਾਲ 6 ਹਿੰਦੂ ਭਾਈ ਵੀ ਜੁੜੇ ਹੋ ਆ, ਤੇ ਇਹਦੇ ਵਿੱਚ ਮੁਸਲਮਾਨ ਵੀ ਜੁੜੇ ਹੋ ਆ ਜੀ, ਕ੍ਰਿਸਚਨ ਵੀ ਜੁੜੇ ਹੋ ਆ, ਜੈਨ ਵੀ ਜੁੜੇ ਹੋ ਆ, ਜਿੰਨੇ ਵੀ ਖੇਤੀਬਾੜੀ ਕਰਦੇ ਕਿਸਾਨ ਕੋਈ ਜਾਤ ਨਹੀਂ ਹੁੰਦੀ ਜੀ, ਇਹ ਪ੍ਰੋਫੈਸ਼ਨ ਹੁੰਦਾ ਇੱਕ। ਜੇ ਕਹੋਗਾ ਇਹ ਸਿਰਫ ਜੱਟਾਂ ਦਾ ਮਸਲਾ ਹੈ ਜੀ, ਬਾਕੀਆਂ ਦਾ ਤਾਂ ਮਸਲਾ ਨਹੀਂ ਹੈ, ਰਾਮਗੜੀਆਂ ਦਾ ਤਾਂ ਮਸਲਾ ਨਹੀਂ, ਜਾਂ ਹੋਰ ਕਿਸੇ ਜਾਤ ਪਾਤ ਦਾ ਤਾਂ ਮਸਲਾ ਨਹੀਂ, ਇਹ ਗੱਲ ਗਲਤ ਹੈ ਜੀ। ਕਿਉਂਕਿ ਜਿਨ੍ਹਾਂ ਨੇ ਗਾਹਾਂ ਖੇਤ ਆਪਣੇ ਹਾਲੇ ਤੇ ਦਿੱਤੇ ਹੋ ਆ ਉਹ ਤਾਂ ਸਾਰੇ ਹੀ ਬਾਉਂਦੇ ਆ ਸਾਰੇ। ਸੋ ਇਹ ਪੂਰਾ ਹੈਗਾ ਕਿਸਾਨਾਂ ਦਾ ਮਸਲਾ, ਸੋ ਇਹ ਕੋਈ ਜਾਤ ਦਾ ਮਸਲਾ ਨਹੀਂ ਜੋ ਹੈਗਾ ਆ। ਇਹ ਬੜੀ ਚੀਜ਼ ਨੋਟ ਕਰਨ ਦੀ ਗੱਲ ਆ। ਇਹ ਹੈਗਾ ਮਸਲਾ ਉਹ ਲੋਕਾਂ ਦਾ
जो कि खेतीबाड़ी करते हैं तो ਉਹਦੇ ਉੱਤੇ ਇਨਕਮ ਲਈ ਰਿਲਾਈ ਕਰਦੇ ਆ। तो ਰੌਲਾ ਕੀ ਹੈ ਜੀ? ਸੋ ਵਾਟਸ ਦ ਬੈਕਗ੍ਰਾਉਂਡ ਹੈ, ਰਾਈਟ? ਸੋ ਐਨੀਬੋਡੀ, ਹੁਣ ਆਪਾਂ ਇੱਥੇ ਸਪੈਸ਼ਲੀ ਮੇਰੇ ਵਰਗੇ ਬੱਚੇ ਜੋ ਇੱਥੇ ਜੰਮ ਪਲੇ ਆ ਆਪਣੀ ਏਜ ਦੇ, ਗਾਹਾਂ ਜੋ ਸਾਡੇ 30-21 ਸਾਲ ਦੇ ਬੱਚੇ, 20 ਸਾਲਾਂ ਦੇ ਕੁੜੀਆਂ ਵੀ ਆ, ਹੈ ਨਾ, ਬੱਚੇ ਬੱਚੀਆਂ ਵੀ ਆ, ਆਪਾਂ ਬੜੇ ਜੱਟ ਜੱਟ ਜੀ, ਜੱਟਾਂ ਦੇ ਗਾਣਿਆਂ ਤੇ ਡਾਂਸ ਕਰਦੇ ਆ, ਪਰ ਐਕਚੁਅਲੀ ਸਾਨੂੰ ਇਹ ਨਹੀਂ ਪਤਾ ਕਿ ਜੱਟ ਕੀ ਹੁੰਦਾ, ਕਿਸਾਨ ਕੀ ਹੁੰਦਾ ਆ, ਕੀ ਤਕਲੀਫਾਂ ਉਹਨਾਂ ਤੇ ਭਰਦੀਆਂ, ਰਾਈਟ? So it's very nice to sing, to dance to jattan de and jat this and jat that. Actually, you need to educate yourself as to what a jat is and what a farmer is. Yeah, not all jats are kisans. So jinne bhi jat hai oh sare kisan nahi hage, and not all kisans are jats. So ਇਹ ਵੀ ਬਹੁਤ ਜ਼ਰੂਰੀ ਗੱਲ ਜੋ ਹੈਗੀ ਜਾਣਨੇ ਵਾਲੀ। The background is, if you're a farmer, ਜੇ ਤੁਸੀਂ ਫਾਰਮਰ ਆ, ਜੇ ਤੁਸੀਂ ਕਿਸਾਨ ਆ ਇੰਡੀਆ ਦੇ ਵਿੱਚ, ਤਾਂ ਤੁਸੀਂ ਸਾਰੀ ਸਾਲ ਖੇਤੀ ਕਰਦੇ ਆ, ਤਾਂ ਤੁਹਾਡੀ ਫਸਲ ਆਉਂਦੀ ਆ which is called a harvest, ਤੇ ਤੁਹਾਨੂੰ 3 ਆਪਸ਼ਨਾਂ ਹੈਗੀਆਂ what to do with it। ਉਹ ਹੈਗੀ ਜੀ, ਤੁਸੀਂ 3 ਜਗ੍ਹਾ 'ਚ ਵੇਚ ਸਕਦੇ ਆ। ਇੱਕ ਤਾਂ ਹੈਗੀ ਲੋਕਲ ਮਾਰਕੀਟ। ਲੋਕਲ ਮਾਰਕੀਟ ਜੋ ਹੈਗੀ ਆ ਉਹ ਹੁੰਦੀ ਹੈ ਜਿੱਦਾਂ ਤੁਹਾਡਾ ਬਾਜ਼ਾਰ ਹੁੰਦਾ, ਜਾਂ ਤੁਹਾਡੀ ਆ ਜਿੱਦਾਂ ਆਪਾਂ ਮਾਰਕੀਟ ਸਾਡੀ ਇੱਥੇ ਲੱਗਦੀਆਂ ਹੈਗੀਆਂ, ਵੈਸਟ ਬ੍ਰੋਮ ਦੀ ਮਾਰਕੀਟ ਰੱਖ ਲਓ, ਜਾਂ ਤੁਸੀਂ ਇੱਥੇ ਸਾਊਥ ਹਾਲ ਵਾਲੀ ਮਾਰਕੀਟ ਰੱਖ ਲਓ, ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਡਾਇਰੈਕਟਲੀ ਵੇਚ ਸਕਦੇ ਆ ਕਿਸੇ ਵਪਾਰੀ ਨੂੰ, ਜੋ ਕਿ ਜਾਂ ਦੁਕਾਨਦਾਰ ਨੂੰ, ਕਿ ਜੀ ਆਹ ਦੇਖੋ ਮੇਰੇ ਕੋਲ ਇੰਨੀ ਆ 40-50 ਕਿਲੋ, ਤਾਂ ਤੁਸੀਂ ਆ ਲੈਣੀ ਆ, ਕਣਕ ਲੈਣੀ ਆ ਜਾਂ ਮੱਕੀ ਲੈਣੀ ਆ ਜਾਂ ਝੋਨਾ ਲੈਣਾ, ਜੋ ਵੀ ਆ, ਚੌਲ ਲੈਣੇ ਆ, ਸੋ ਉਹ ਤੁਸੀਂ ਡਾਇਰੈਕਟਲੀ ਕਰ ਸਕਦੇ ਆ। ਉਹ ਹੁੰਦੀ ਜ਼ਿਆਦਾ ਸਮੋਲ ਸਕੇਲ ਫਾਰਮਰਸ ਲਈ, ਸਮੋਲ ਸਕੇਲ ਫਾਰਮਰਸ, ਸੋ ਲਾਈਕ ਪੀਪਲ ਹੂ ਯੂ ਨੋ ਜਿਹੜੀ ਇੱਕ ਖੇਤ 'ਚੋਂ ਖੇਤੀ ਕਰਦੇ ਆ, they go and sell in the local market, ਦੇ ਆਪਸ ਵਿੱਚ ਨੈਗੋਸ਼ੀਏਟ ਕਰਦੇ ਆ, ਤਾਂ ਉਹਨਾਂ ਨੂੰ ਭਾਅ ਪੱਤਾ ਜੋ ਹੈਗਾ ਆ ਉਹ ਮਿਲ ਜਾਂਦਾ ਆ। ਜਿਹੜੇ ਹੁਣ ਸਮੋਲ ਸਕੇਲ ਵਿੱਚ ਨਹੀਂ ਆ, ਜਾਂ you don't want to sell to a local market, ਤਾਂ ਉਹਨਾਂ ਤੋਂ ਹੋਰ ਆਪਸ਼ਨ ਹੈਗੀ ਆ, which is the crux of this whole ਜੋ ਹੈਗਾ ਰੌਲਾ ਹੈਗਾ। They can sell in something called a mandi, which is a government organization. It's like a market, a government market. It's a bit like eBay. It's a government eBay but for farmers. And ਉਹਨੂੰ APMC ਮੰਡੀ ਸੱਦਦੇ ਆ। So ਉਹਦੇ ਵਿੱਚ ਉਹ ਮੰਡੀ ਹੈਗੀ ਆ, ਉਹਦੇ ਵਿੱਚ ਤੁਸੀਂ ਜਾ ਕੇ ਵੇਚ ਸਕਦੇ ਹੋ। What happens is a farmer takes all of his produce, ਜੋ ਕਿਉਂਕਿ ਕਿਲੋਆਂ 'ਚ ਤਾਂ ਗੱਲ, ਤਾਂ kg 'ਚ ਤਾਂ ਗੱਲ ਨਹੀਂ, ਗੱਲ ਸੌਖੀ ਆ, ਹੈ ਨਾ, but ਜਦੋਂ ਕੁਆਂਟਲ ਤੇ ਆ ਜਾਂਦੀ ਗੱਲ, ਤਾਂ ਫਿਰ ਉਹ is too big a load to go to the local market. So what you do is you take it to a mandi. You have to do your own transportation expenses. So ਆਪਣਾ ਜੋ ਉੱਥੇ ਆਉਣ ਜਾਂਦਾ ਕਿਰਾਇਆ ਤੁਹਾਨੂੰ ਦੇਣਾ ਪੈਂਦਾ, ਪਰ ਤੁਸੀਂ ਮੰਡੀ ਨੂੰ ਲੈ ਕੇ ਜਾਂਦੇ ਆ। And what happens is there you meet people called commission agents, ਜਿਹਨੂੰ ਆਪਾਂ ਆੜਤੀਆਂ ਸੱਦਦੇ ਆ। ਉਹਨਾਂ ਦੀ ਐਕਚੁਅਲ ਜੌਬ ਹੁੰਦੀ ਆੜਤੀਆਂ ਦੀ ਕਿ ਉਹ ਕਿਸਾਨ ਦੀ ਹੈਲਪ ਕਰਨ, to help a farmer. So these commission agents are there to help farmers. And what they do is they put all your grain in one place, then they go and get bidders. So all for bidders like ਆਉਂਦੇ ਆ, a bit like Amazon or Flipkart, ਜੋ ਵੀ ਉਹਨੂੰ ਸੱਦਦੇ ਆ, right? So ਉਹ bidders ਲੈ ਕੇ ਆਉਂਦੇ ਆ, and ਫਿਰ ਉੱਥੇ ਬੋਲੀ ਲੱਗਦੀ ਆ, who's going to pay what for your grain, and then they sell to the highest bidder. Now ਉਹਨਾਂ ਦਾ ਨਾਮ ਹੈਗਾ commission agents, and the commission bit is the key, ਹੈ ਨਾ? So usually they work on a 6% commission. So ਜੇ ਕਿਸਾਨ 100 ਰੁਪਏ ਲਈ ਚੀਜ਼ ਵੇਚਦਾ ਆ, then the commission agent should get 6 out of that, 6 rupees, and the kisan, the farmer, should get 94. That's how it works. Just like Amazon, they take a product, they put it on their website, and then they sell it to you, and they take a commission out of it. And so the seller's happy, and the buyer's happy, everyone's happy. But this is the key. ਕਿ ਜਿਹੜਾ ਇਹਦੇ ਵਿੱਚ Amazon ਦੇ ਵਿੱਚ ਆ, it's very transparent. ਉਹ ਤੁਹਾਨੂੰ ਦੱਸਦੇ ਆ ਕਿ ਜੀ ਇੰਨੇ ਦੀ ਆ, ਇੰਨੇ ਦੀ ਵੇਚेंगे, and you know what their commission is, right? ਮੰਡੀਆਂ ਵਿੱਚ ਜੋ ਹੁੰਦਾ ਆ, ਅਕਸਰ ਕਈ ਵਾਰੀ ਹੇਰਾਫੇਰੀ ਹੁੰਦੀ ਆ, there's a lot of corruption in there.
And you're going to say, well, how her job is there corruption in there? I'll tell you how the corruption is in there. What happens is, किसान जाता अपनी सारी फसल लेके जाता मंडी च. Yeah? Now, what the commission agent does is, he goes, तैनू मैं 100 रुपया देना, there you go, take all of it. And the किसान goes, okay, I'm happy. मैनू 100 रुपया मिल गया. The commission agent then sells for 180. So all the grain ho gayi, and he then sells for 180. So the kisan makes 100 rupees, but the commission agent makes 80 rupees. Which then you're going to say, well, what's the problem there? Then the problem is, जिन hard work कीता है किसान ने, जिहदी फसल है, जिहदी ज़मीन है, ਉਹਨੂੰ ਤਾਂ 100 रुपया मिलिया. The commission agent doesn't own any land, hasn't done any work on it, hasn't done any farming, and in one harvest he takes 80 out of the 180, just for acting as a go-between, when they should be taking 6%. ਆਇਆ ਪ੍ਰੋਬਲਮ ਇਹਦੇ ਚ ਜੋ ਹੈਗਾ ਆ ਕਿਸਾਨ ਨੂੰ ਤਾਂ ਉਹੀ 100 ਮਿਲਦਾ, ਕਮਿਸ਼ਨ ਏਜੰਟ ਆ ਮੇਕਿੰਗ ਮਨੀ. that's what the government thinks. So government ਇਹ ਸੋਚਦੀ ਆ ਕਿ ਜੀ ਆ ਜਿਹੜੇ ਕਮਿਸ਼ਨ ਏਜੰਟਸ ਆ ਇਹ ਕਿਸਾਨਾਂ ਨੂੰ ਫੇਅਰ ਡੀਲ ਨਹੀਂ ਦਿੰਦੇ. ਸੋ ਉਹ ਹੋ ਗਈ ਸੈਕੰਡ ਆਪਸ਼ਨ ਜੋ ਹੈਗੀ ਆ. ਓਕੇ, ਸੋ ਕਮਿਸ਼ਨ ਏਜੰਟ ਦਾ ਕੰਮ ਹੈ ਕਿ ਬਾਇਰ ਨੂੰ ਸੈਲਰ ਨੂੰ ਮਿਲਾਉਣਾ, ਤਾਂ he should be selling that product, and then should just take a commission. So really the 180 should be the farmer's thing, and the commission should be taken afterwards out of 180. Hannah? But actually what happens is the commission agent buys it and then sells it for a massive markup, and that shouldn't be happening. That shouldn't be happening. That money should be going to the farmer. Right, there's no transparency there. ਉਹਦੇ ਵਿੱਚ ਟ੍ਰਾਂਸਪੈਰੈਂਸੀ ਨਹੀਂ ਹੈਗੀ ਆ. ਸੋ ਉਹਦੇ ਵਿੱਚ ਇਹ ਵੀ ਹੁੰਦਾ ਆ ਕਿ ਜੀ ਜਦੋਂ, so you're thinking, well, why does the farmer not take the highest bid, or why does he sell to the commission agent directly? ਉਹਦੇ ਵਿੱਚ ਇਹ ਗੱਲ ਹੁੰਦੀ ਆ ਕਿ ਜਿਹੜੇ ਕਮਿਸ਼ਨ ਏਜੰਟ ਹੁੰਦੇ ਆ ਕਈ ਵਾਰੀ ਉਹ ਬਾਇਰ ਦੇ ਨਾਲ ਕਰ ਲੈਂਦੇ ਆ, ਉਹ ਆਪਸ ਵਿੱਚ ਗਠੀਏ ਜੋੜ ਲੈਂਦੇ ਆ. So they tell everyone, don't bid over 100 for it. It's not worth 100. The farmer then thinks, I'm not getting a big bid here. ਜਿੰਨੇ ਦੀ ਵਿਕਦੀ ਉਨੀ ਸਹੀ. So the commission agent might tell any potential buyers, don't pay over 90. And then he'll tell the farmer, listen, I'll give you 95 for it. So the farmer actually thinks he's got a good deal when he hasn't. The commission agent then sells for 180. So it all works under that sort of corruption. That's what I got. But we know India is rife with corruption. That's why we say Mera Bharat Maan, Hare Krishna, Hare Ram. Right. So what did then the government saw, the government ne dekhiya ki aa tahi hera feri hon rahi hua, so ਆਪਾਂ ਇਹਦਾ ਇਲਾਜ ਕੀ ਕਰੀਏ. ਫਿਰ ਉਹਨਾਂ ਨੇ ਇੰਟਰੋਡਿਊਸ ਕੀਤੀ ਆ MSP, which is minimum support price. So minimum support price ਕੀ ਆ? The government says ਜੇ ਤੁਸੀਂ ਲੋਕਲ ਮਾਰਕੀਟ ਵਿੱਚ ਵੀ ਨਹੀਂ ਵੇਚਣੀ, ਜੇ ਤੁਸੀਂ ਮੰਡੀ ਵਿੱਚ ਵੀ ਨਹੀਂ ਵੇਚਣੀ, ਤਾਂ ਆਪਾਂ ਤੁਹਾਨੂੰ ਮਿਨੀਮਮ ਰੇਟ ਰੱਖਦੇ ਆ, ਤਾਂ ਤੁਸੀਂ ਸਾਨੂੰ ਆ ਕੇ ਦੇ ਜਾਓ. So if you don't want the first two options, you can go to the government MSP market and you can sell them, and they have a fixed rate for all of India. ਉਹਨਾਂ ਨੇ ਇੱਕ ਰੇਟ ਫਿਕਸ ਕੀਤਾ ਹੁੰਦਾ ਆ. So ਉੱਥੇ ਜਾਓ ਤਾਂ ਤੁਹਾਨੂੰ ਪੈਸੇ ਆਪਣੇ ਮਿਲ ਜਾਂਦੇ ਹੈਗੇ ਆ. So it's a direct sale to the government. However, ਇਹਦੇ ਵਿੱਚ limited ਆ. At the moment, SIF 23 types of crops can be sold under MSP. So under a minimum support. It's like a minimum wage. The government say, okay, if you don't get the good deal on the first one, you don't get the second one, this is a minimum wage and you can sanu bid sakade, a minimum price. But it's only for 23 types of crops. And this is all controlled by the Food Corporation of India, the FCI. The problem here is that a lot of people complain that MSP ch chakkar bahut lwaunde government. The chakkar lwa ke ode ch, if you're a farmer, you cannot store your produce, and ode ch twadi your product ya
ਉਹ ਫਿਰ ਗਲ ਜਾਂਦੀ ਆ, and you don't have that much time. You only have a certain limited amount of time to sell your food. It's like going to a fast food restaurant, and after a certain amount of time, they throw the food away. And it's ready to sell. If no one buys it, it's ready to go. So farmers have problems with that as well. That is the state of play in farmers. Farming ਦੇ ਵਿੱਚ ਇੱਕੋ ਹੀ ਇੰਡਸਟਰੀ ਆ ਕਿ ਜਿੱਥੇ ਉਗਾਉਣ ਵਾਲਾ ਆ ਤੇ ਉਹ ਸਾਰਾ ਫਸਲ ਵੇਚਣ ਵਾਲਾ ਆ, ਉਹਨੂੰ ਸਭ ਘੱਟ ਤੋਂ ਘੱਟ ਕੀਮਤ ਮਿਲਦੀ ਆ। ਜਿਹੜਾ ਖਰੀਦਣ ਵਾਲਾ ਆ, ਕੰਜ਼ਿਊਮਰ ਲਾਈਕ ਯੂ ਐਂਡ ਮੀ, ਸਾਨੂੰ ਵੱਧ ਤੋਂ ਵੱਧ ਕੀਮਤ ਦੇਣੀ ਪੈਂਦੀ ਆ। ਤੇ ਜਿਹੜਾ ਮਿਡਲਮੈਨ ਆ, ਉਹ ਬਿਨਾਂ ਕਿਸੇ ਜ਼ਮੀਨ ਨੂੰ ਓਨ ਕਰਕੇ, ਬਿਨਾਂ ਕਿਸੇ ਮਿਹਨਤ ਕਰਕੇ ਜ਼ਿਆਦਾ ਪ੍ਰੋਫਿਟ ਕਮਾ ਰਿਹਾ। That is the problem with farming in India. And ਆਪਾਂ ਦੇਖੋ ਸਾਰੀ ਕੋਈ ਗੱਲ ਕਰਾਂਗਾ, ਮੈਂ ਇਹ ਨਹੀਂ ਕਿ ਆਰਤੀਆਂ ਤੇ ਬਲੇਮ ਕਰ ਰਹੇ, ਆਰਤੀਆਂ ਦੇ ਫਾਇਦੇ ਬਹੁਤ ਆ। So why do people use these middlemen? Because these middlemen, ਉਹਨਾਂ ਦੇ personal relation ਹੁੰਦੇ ਆ, and it's a very personal service. Sometimes, a lot of the times, the farmers need an advance. The government don't give you an advance until you give them crops, but the middlemen do. They say, ਫੜ ਤੇਰੀ ਕੁੜੀ ਦਾ ਵਿਆਹ ਆ, 5 ਲੱਖ ਰੁਪਈਆ ਫੜ, ਕੋਈ ਗੱਲ ਨਹੀਂ, ਤੂੰ ਮੈਨੂੰ ਫਿਰ ਦੇ ਦੇਂਗੇ ਜੋ ਹੈਗੇ। They give you loans. They give farmers loans, which the government don't do subsidize that much. And farmers ਨੂੰ ਉਹਨਾਂ ਦਾ ਫਾਇਦਾ ਬਹੁਤ ਹੁੰਦਾ, ਆਰਤੀਆਂ ਦਾ। They feel like as if it's a personal service. That's the system, but in effect, the farmer is getting done over here. So farmer jo hai, it gets done over. And the farmer looks to government for support. And ਉਹਨੂੰ ਹਰ ਵੇਲੇ farmer ਦੀ ਜੋ ਹੈਗੀ ਫਾਇਦਾ ਉਠਾਇਆ ਜਾਂਦਾ। ਕਿੱਦਾਂ ਫਾਇਦਾ, ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ farmer ਦਾ ਕਿੱਦਾਂ ਐਗਜ਼ਾਮਪਲ ਕਿ ਫਾਇਦਾ ਉਠਾਇਆ ਜਾਂਦਾ। ਜੇ ਤੁਸੀਂ ਤਾਂ ਮੈਂ ਆ in India and we want to buy a car on finance, the finance is 7%, 6-7%. ਜੇ ਮੈਂ farmer ਆ ਤਾਂ ਮੈਂ ਟਰੈਕਟਰ ਖਰੀਦਣਾ, the finance is 17%. When really the finance should be lower, because I'm feeding a nation. But no. So farmers ਜਿਹੜੇ ਆ ਕਿਸਾਨਾਂ ਦਾ ਬਹੁਤ ਫਾਇਦਾ ਉਠਾਇਆ ਜਾਂਦਾ ਨਜਾਇਜ਼। So ਇਹਦੇ ਵਿੱਚ ਆ ਜੋ ਹੈਗੀ ਆ, that's the background to it. ਹੁਣ ਆਪਾਂ ਬ੍ਰੇਕ ਵੱਲ ਜਾ ਕੇ we will then come back and I'll explain to you what the masla is now and the situation ਕਿ ਕਿਹੜਾ ਕਾਨੂੰਨ ਲਿਆਇਆ ਗਿਆ and what the effect that is to have on the farming industry in India. Then we're going to talk about where we're standing right now, why there are protests and all that. So ਆਪਾਂ ਸਾਰੇ ਇਹ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। Love that feeling? So do we. As the UK's #1 breakdown service, the AA fix 8 out of 10 cars at the roadside and can get you going again in around 30 minutes of arrival. Plus, we offer unlimited call-outs. Get that feeling. Switch to AA breakdown cover from just £6 a month. Join the AA today. Call 0800 98 And beautiful tiger, trapped by vicious steel cables, slowly dying. Another victim of wildlife crime. Adopt a better future for tigers with WWF and help stop their painful deaths. We'll send you an exciting adoption pack with a cuddly toy. Call 0800 035 7100 and adopt a tiger for just £3 a month. We must do all we can to keep them alive. I can't believe you're finally mine. The new iPhone 12 Pro with 5G. You're just so beautiful. Those edges, that camera. And it comes with a full works plan from EE. 24 months of Apple Music, Apple TV Plus, and Apple Arcade. And now 24 months of BT Sport, too. All this on the UK's #1 5G network. Don't get iPhone envy. Get the iPhone 12 Pro today with a full works plan, only on EE. Order online or over the phone. The time Ollie had a temperature, I found a lump. I hated my body.
I was scared to go out. I didn't know what to do. Thankfully, I had Bupa by my side. And they knew exactly. How to help. As a Bupa customer, you get around-the-clock access to expert advice from the comfort of your own home, so you can stay in control of your health, wherever you are. Call or go online for a quote. Bupa. For living. Beagle wants a little word of all you mums and dads out there. He says we all insure our homes, our cars, our phones even. But we don't think about life insurance. It's barking mad. Beagle Street could give you 200 grand's worth of cover for less than the price of a family-sized pizza. Buy life insurance with Beagle Street, and you could get a gift card worth up to 100 quid with your policy. Call 0800 247 247 or go to beaglestreet.com. कोई लीगल डेफिनेशन नहीं है एक लिस्ट है जिसमें से गवर्नमेंट ऐड ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ ਹਾਂਜੀ ਗੱਲ ਸਾਡੀ ਹੋ ਰਹੀ ਸੀ ਫਾਰਮਿੰਗ ਬਾਰੇ ਐਂਡ ਆਪਾਂ ਹੁਣ ਗੱਲ ਕਰੀਏ ਕਿ ਜੀ ਵਾਟਸ ਦ ਪ੍ਰੋਬਲਮ ਕਿ ਪ੍ਰੋਬਲਮ ਕੀ ਹੈ ਕਿ ਕਿਸਾਨਾਂ ਨੂੰ ਪ੍ਰੋਬਲਮ ਕੀ ਹੈ ਇਸ ਚੀਜ਼ ਦੇ ਵਿੱਚ ਪਹਿਲਾਂ ਤਾਂ ਗਵਰਨਮੈਂਟ ਨੂੰ ਬੜੀ ਬੜੀ ਪ੍ਰੋਬਲਮ ਹੈ because remember ਮੈਂ ਤੁਹਾਨੂੰ ਦੱਸਿਆ ਸੀਗਾ ਕਿ MSP ਕੀ ਹੁੰਦੀ ਹੈ and that it's like a place where the government say you know what if you can't sell your crops ਤਾਂ ਸਾਨੂੰ ਦੇ ਦਿਓ ਤਾਂ ਆਪਾਂ ਮਿਨੀਮਮ ਵੇਜ ਤੇ ਲੈ ਲਾਂਗੇ ਤੇ ਤੁਹਾਨੂੰ ਆਪਾਂ ਦੇ ਦਾਂਗੇ what happens is ਜੇ ਮਿਨੀਮਮ ਵੇਜ ਤੁਹਾਡਾ ਫਰਜ਼ ਕਰੋ 20 ਰੁਪਏ ਆ ਤਾਂ ਆਪਣੇ ਜੋ ਕਿਸਾਨ ਆ ਉਹ ਤਾਂ ਵੇਚ ਦਿੰਦੇ 20 ਰੁਪਏ ਨੂੰ ਗਵਰਨਮੈਂਟ ਅੱਗੇ ਜੋ ਹੈਗੀ ਆ it only sells for 3 or 4 rupees the government makes a huge loss on MSP a huge loss ਬਣਾਉਂਦੀ ਆ 90,000 crore rupee are lost by the government on this a year. So the government wants to get rid of this, wants to get rid of this loss that it's making. The government is making a huge loss. So the government is making a huge loss. So ਉਹ ਸੋਚਦੇ ਹੁਣ ਆਪਾਂ ਕੀ ਕਰੀਏ ਹੁਣ ਆਪਾਂ ਕੀ ਕਰੀਏ in the summer in the COVID period they passed an ordinance. Now an ordinance ਕੀ ਹੁੰਦਾ is passed in emergency situations. It's not debated in Parliament. It's not agreed and it's not voted on. It's passed in emergency situations. ਉਹਨਾਂ ਨੇ ordinance pass ਕਰ ਦਿੱਤਾ ਜੀ ਐਕਟਾਂ ਦਾ ਬਿਨਾਂ ਡਿਬੇਟ ਤੋਂ ਵਗੈਰਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ essentially that what we're going to do is ਆਪਾਂ ਜੋ ਹੈਗੇ ਆ ਕਿਸਾਨ ਨੂੰ freedom ਦੇ ਦੇਣੀ ਆ ਕਿ ਤੂੰ ਜਿੱਥੇ ਮਰਜ਼ੀ ਆਪਣਾ crop ਵੇਚਣਾ ਵੇਚ ਸਕਦਾ even to private organizations. So हम प्राइवेट कंपनियां जो जड़ियां हैगियां ਉਹ ਤੁਹਾਨੂੰ offer ਬਣਾ ਸਕਦੀਆਂ might make a better one and the kisan can sell there. So that's government ਨੇ ਇਹ ਕਿਹਾ ਆ and government ਕਹਿੰਦੀ ਕਿ ਆਪਾਂ MSP ਜੋ ਹੈਗੀ ਆ ਪਹਿਲਾਂ ਜੋ ordinance ਵਿੱਚ ਸੀਗਾ ਕਿ ਆਪਾਂ remove ਕਰ ਦੇਣਾ ਹੈਗਾ ਆ because the government's going to make a loss on this. They don't want MSP there because the government loses 90,000 crores on the MSP. So ਜਿੱਥੋਂ ਗਵਰਨਮੈਂਟ ਨੂੰ 90,000 ਕਰੋੜ ਦਾ ਨੁਕਸਾਨ ਹਰ ਸਾਲ ਪੈਂਦਾ ਆ ਕੋਈ ਵੀ ਗਵਰਨਮੈਂਟ ਨਹੀਂ ਚਾਹੂਗੀ ਕਿ ਸਾਨੂੰ ਜੀ ਆਹ ਨੁਕਸਾਨ ਪਵੇ ਆਪਾਂ ਨੂੰ ਪੈਂਦਾ ਹੋਵੇ ਤਾਂ ਆਪਾਂ ਕਹਿੰਦਾ ਜੀ ਹੱਡ ਛਡਾਓ ਕੋਈ ਨਾ ਕੋਈ ਸਕੀਮ ਦੱਸੋ ਇਹ ਜਾਣਾ ਇਹਨਾਂ ਦਾ ਕੰਮ ਜਾਣੇ So what it's done is opened it up to big corporations and it's saying now you can buy it and your farmer can sell produce anywhere where it wants. Before in the mandi what used to happen was you can only go to your area the mandi. So even if you live on the border, say if I live on the border of Birmingham and Wolverhampton, so Birmingham da Wolverhampton da border ਸਮਝ ਲਓ ਇੱਥੇ ਮੰਡੀ ਆ Wolverhampton ਦੀ ਤਾਂ ਮੈਂ Birmingham ਦੇ ਪਰਲੇ ਪਾਸੇ ਤੇ ਰਹਿਣਾ ਹੈ ਮੈਂ ਸਿਰਫ Birmingham ਦੀ ਮੰਡੀ 'ਚ ਵੇਚ ਸਕਦਾ ਹਾਂ ਤਾਂ Wolverhampton ਵਾਲੇ Wolverhampton ਦੀ ਮੰਡੀ 'ਚ ਵੇਚ ਸਕਦੇ ਆ ਈਵਨ ਦਾ ਭਾਵੇਂ ਮੈਨੂੰ Wolverhampton ਵਾਲੀ ਮੰਡੀ ਲਾਗੇ ਲੱਗਦੀ ਹੋਵੇ ਤਾਂ Birmingham ਵਾਲੀ ਮੰਡੀ ਮੈਨੂੰ 40 ਮੀਲ ਦੂਰ ਲੱਗਦੀ ਆ I still have to go there. And India, we're not talking Birmingham, Wolverhampton. We're talking about districts that are huge. So some districts are bigger than the UK. ਉਹਦੇ ਵਿੱਚ ਜੋ ਹੈਗੇ ਆ
So it takes 6-7 hours to get from one end of a district to another end of a district. So what was happening was that mandi knows that okay, if farmers sade area ch bahar te jaake bech nahi sakde. So it's almost like a monopoly of that mandi. It has a monopoly on it. So what the government thought was we'll break the monopoly of the mandis and the RTA and the commission agents and we'll open it up to everyone. We'll open it up to private corporations. Now ਤੁਸੀਂ ਸੋਚਦੇ ਆ ਮੈਂ ਸੋਚਦੇ ਆ actually that's not a bad thing. That's free enterprise. ਜਿੱਥੇ ਮਰਜ਼ੀ ਕਿਸਾਨ ਜਾ ਕੇ ਵੇਚੇ. What's the problem here? Problem ਇਹ ਆ ਜੀ ਕਿਸਾਨਾਂ ਨੂੰ that what effect it does is take away the minimum wage. So there's no minimum for the farmers anymore. Remember the third option? That's not going to be there anymore. That's what the rolla is about and that's what the debate is about. That's what all the talks is about. Farmer jo kende open up ma kar deo big corporation nu, but we need a minimum wage. And you're thinking, well, why do the farmers need a minimum wage? Oh, you meant us to know. What the farmers fear is happening, kisan kehdi cheez to darde hai? Oh, ais cheez to darde hai ji ke jehde vadde corporation a Reliance ਵਰਗੇ ਵਗੈਰਾ ਬਾਕੀ ਜੋ ਹੈਗੇ ਆ ਅੰਬਾਨੀ ਵਰਗੇ ਉਹਨਾਂ ਨੇ ਇਹ ਕਹਿਣਾ ਜੀ ਉਹਨਾਂ ਨੇ ਬਹੁਤ ਵਧੀਆ ਬਣਾ ਲੈਣੇ ਵੇਅਰ ਹਾਊਸ ਬਹੁਤ ਵਧੀਆ ਬਣਾ ਲੈਣੀ ਸਰਵਿਸ ਉਹਨਾਂ ਨੇ ਕਹਿਣਾ ਜੀ ਕਿਸਾਨ ਨੂੰ ਕਿ ਆਓ ਜੀ ਆਓ ਤੁਸੀਂ ਸਾਡੇ ਕੋਲ ਵੇਚੋ ਚਾਹਾਂ ਪਿਲਾਉਣੀਆਂ ਠੰਡੇ ਪਿਲਾਉਣੇ ਆ ਜੀ ਤਾਂ ਉਹਨਾਂ ਨੇ ਅੱਧੇ ਘੰਟੇ 'ਚ ਉਹਨਾਂ ਦੇ ਜੋਕ ਤੋਕ ਕੇ ਪੈਸੇ ਦੇ ਦੇਣੇ ਆ ਤੇ ਕਿਸਾਨ ਨੇ ਬੜੀ ਹੈਪੀ ਤੁਰ ਜਾਣਾ ਇਹਨਾਂ ਨੇ 2-3 ਸਾਲ ਐਦਾਂ ਚੱਲਣਾ ਸਾਰਾ ਕੰਮ that kisan's going to get very happy ਉਹਨਾਂ ਨੇ ਗਿੱਜ ਜਾਣਾ so ਜਿਹੜੀ ਮੰਡੀ ਆ government ਵਾਲੀ that's going to go into loss because no one's going to go there anymore ਉਹ loss ਦੇ ਵਿੱਚ ਜਾ ਕੇ ਉਹ ਹੋ ਜਾਣੀ obsolete and they ਹੋ ਜਾਣੀ ਬੰਦ so the farmer will have no alternative all he's got is his corporations then what happens is corporations ਫਿਰ ਕਹੋਗੇ 3-4 ਸਾਲ ਬਾਅਦ ਸ਼ੇਰਾ ਹੁਣ ਤਾਂ ਮੰਡੀਆਂ ਬੰਦ ਆ ਹੁਣ ਤਾਂ ਤੂੰ ਸਾਡੇ ਅੜਕੇ ਆਇਆ there's no MSP you don't have an alternative ਆਪਾਂ ਜਿੰਨਾ ਤੈਨੂੰ ਦਵਾਂਗੇ ਤੈਨੂੰ ਉਨੇ ਤੇ ਵੇਚਣਾ ਪੈਣਾ and they can say you know what we don't want to take your stock ਉਹ ਆਪਾਂ ਜੇ ਲੈਣਾ ਆ ਆਪਾਂ ਤਾਂ 5 ਰੁਪਏ ਦੇਣੇ ਆ ਆਪਾਂ ਤਾਂ 6 ਰੁਪਏ ਦੇਣੇ ਆ ਫਾਰਮਰ ਉਹਨਾਂ ਦੇ ਅੜਕੇ ਆ ਗਿਆ ਸੋ ਜਿਹੜੀ ਇੱਕ ਮੋਨੋਪੋਲੀ ਆਰਤੀਆਂ ਕੋਲ ਔਰ ਮੰਡੀ ਵਾਲਿਆਂ ਕੋਲ ਸੀਗੀ that monopoly shifts to the big corporations. What happens is the big corporations will make the farmers sign a contract or a contract sign ਕਰੂਗੇ farmer ਨਾਲ ਹੁਣ farmer majority ਉਹ ਤਾਂ ਆਪ ਅਨਪੜ੍ਹ ਹੁੰਦੇ ਆ ਉਹਨਾਂ ਨੇ ਕੀ ਹੁਣ contract ਦੇਖਣਾ ਆ ਕਿ ਕੀ ਲਿਖਿਆ ਕੀ ਨਹੀਂ binding terms and conditions that's like our ਅਨਪੜ੍ਹ ਮਾਪੇ we're saying to them well read the terms and conditions in fact a lot of the times we don't even read the terms and conditions lawyers are trained to read terms and conditions right ਉਹਦੇ ਵਿੱਚ the buyer will dictate ਜੋ ਹੈਗੇ ਆ ਕੋਆਪਰੇਸ਼ਨਸ ਡਿਕਟੇਟ ਕਰੂਗੇ ਜੀ ਕਿ ਸਾਨੂੰ ਐਦਾਂ ਦੀ ਕ੍ਰੌਪ ਚਾਹੀਦੀ ਆ ਇੰਨੀ ਚਾਹੀਦੀ ਆ ਫਾਰਮਰ ਤੋਂ ਤਾਂ ਇਸ ਸਟੇਟ ਵਿੱਚ ਚਾਹੀਦੀ ਆ ਦਿਸ ਇਜ਼ ਦ ਟਾਈਪ ਆਫ ਕ੍ਰੌਪਸ ਵੀ ਵਾਂਟ ਪ੍ਰੋਬਲਮ ਇਹ ਹੁੰਦੀ ਆ say for some reason the farmer can't produce that crop ਉਹ ਫਿਰ ਕਿੱਥੇ ਵੇਚੂਗਾ or that exact type ਉਹ ਜੇ ਕਹੂਗੀ ਸਾਨੂੰ ਤੇ ਜੀ ਇਸ ਟਾਈਪ ਆਫ ਕ੍ਰੌਪ ਚਾਹੀਦੀ ਆ in this condition so, or they can start rejecting it then the farmer's left with all his crops and he's got days to sell it the mandis are gone there's no MSP all his crop is going to go his whole harvest will equal 0 so what happens is the corporations will have a monopoly on it now ਤੁਸੀਂ ਕਹੋਗੇ ਕਿ ਇਹ ਕਿੱਦਾਂ ਹੋ ਸਕਦਾ ਇਹ ਅੱਗੇ ਹੋ ਰਿਹਾ ਹੈ ਇੰਡੀਆ 'ਚ ਦੋ ਮੈਂ ਤੁਹਾਨੂੰ ਮਿਸਾਲਾਂ ਦੇ ਦਿੰਦਾ on how this has happened in India ਇੱਕ ਤਾਂ ਜਿਹੜਾ ਇੰਡੀਆ ਦਾ ਨੈਸ਼ਨਲ phone line ਹੁੰਦਾ ਸੀ ਉਹ BSNL ਹੁੰਦਾ ਸੀ and it was a government organization they used to run the phone lines yeah when Airtel and Vodafone and all of their Idea and all of that came ਜਦੋਂ ਇਹ ਆਏ ਨਾ ਸਪਾਈਸ ਵਾਲੇ ਵਗੈਰਾ the government would open the market up ਪਹਿਲਾਂ ਤਾਂ Airtel ਵਾਲਿਆਂ ਨੇ ਬਾਕੀ ਵਾਲਿਆਂ ਨੇ ਪਤਾ ਕੀ ਕਿਹਾ ਸਾਰਿਆਂ ਨੂੰ ਆਪਾਂ ਤੁਹਾਨੂੰ ਫ੍ਰੀ ਇੰਟਰਨੈਟ ਦਿੰਨੇ ਆ ਸਸਤੇ ਕਾਲਸ ਦਿੰਨੇ ਆ ਹੈਨਾ ਲੋਕ ਤਾਂ ਚਾਮਲ ਕੇ ਉਹਨਾਂ contract change ਕਰ ਲਏ they changed they signed up all onto the contracts what happened was BSNL failed all right then when there was no alternative these private companies then hiked their prices up and it's called price hiking so ਉਹਨਾਂ ਨੇ ਰੇਟ ਚੱਕ ਦਿੱਤੇ and there was no alternative to go there's all private corporations ਉਹ ਸਾਰੀਆਂ ਇੱਕ ਦੂਜੇ ਨਾਲ ਰਲੀਆਂ ਆ
and they fix the price, and then the consumer has to pay. You've got no alternative. So anyone who's got a mobile phone, yeah? Imagine the government owned a mobile phone company and it had nice fixed rates for you, nice low rates, yeah? Then private companies come in and say, forget the government one, yeah? We'll offer you lower rates. We'll offer you free internet, free roaming, free all of this, free minutes and all of that. We and you, Jamal, are going to go, we're going to go to the new company. We're not going to stick with this government company. Why do we want to stick there? ਆਪਾਂ ਤਾਂ ਨਵੀਂ company ਨੂੰ ਜਾਣਾ ਸਾਰਿਆਂ ਨੂੰ ਜਾ ਕੇ. What happens to the government company? It loses all its customers, it then goes bust. Yeah, it goes bust, and then the companies which have made this offer before, all of a sudden go, actually roaming charges are back up, your internet's not free anymore, we're going to charge you £10 a minute. You've got nowhere else to go to. And imagine they're all in it together. They all sit around the same table and say, this is what we're going to do to the customers. So ਆਹ ਚੀਜ਼ ਜੋ ਹੁੰਦੀ ਆ, ਇਹਦੀ ਹੋਰ ਮੈਂ ਉਦਾਹਰਨ ਤੁਹਾਨੂੰ ਦੇ ਦਿੰਦਾ ਆ. ਇਹ ਹੈਗਾ education industry in India. ਸਰਕਾਰੀ ਸਕੂਲ ਸੀਗੇ, everyone used to go to a government school. Then the government opened up to private schools, education. So what happened is, the private schools first started off with low fees. ਤਾਂ ਉਹਨਾਂ ਨੇ ਥੋੜੀ ਫੀਸ ਲਈ ਆ, ਤੇ ਫਿਰ ਉੱਥੇ ਸਾਰੇ ਜਾਣ ਲੱਗ ਪਏ, ਸਾਰਿਆਂ ਨੇ ਆਪਣੇ ਪ੍ਰਾਈਵੇਟ ਸਕੂਲ ਭੇਜਣ ਲੱਗ ਪਏ. No one sent it to government schools. So ਹੁਣ government school ਹੌਲੀ standards went down, everything's gone down, ਉਹਨੂੰ ਫੇਲ ਹੋ ਗਏ. Government school ਤਾਂ ਹੁਣ ਹਾਰਡਲੀ ਜਿਹੜੇ ਹੁਣ ਆਪਣੇ ਬੱਚੇ ਆ ਸਾਰੇ ਪ੍ਰਾਈਵੇਟ ਹੀ ਪੜ੍ਹਦੇ ਇੰਡੀਆ 'ਚ. So government school, hardly people go there anymore. And now the private schools, they do what they want, they charge what they want, and they admit who they want. ਆਪਣੇ ਹਿਸਾਬ ਨਾਲ ਆਪਣੀ ਫੀਸ ਜਿੱਦਾਂ ਮਰਜ਼ੀ ਲੈਣ ਹੋ. ਸੋ ਉਹਨਾਂ ਦੀ ਹੁਣ ਮੋਨੋਪੋਲੀ ਹੋ ਗਈ ਪ੍ਰਾਈਵੇਟ ਸਕੂਲਾਂ ਦੀ. ਉਹਨਾਂ ਨੇ ਇੱਕ ਸਿਸਟਮ ਨੂੰ ਫੇਲ ਕਰਕੇ ਗਵਰਨਮੈਂਟ ਵਾਲੀ ਦੇ ਕੰਪੀਟੀਸ਼ਨ ਲਿਆ ਕੇ, ਐਂਡ ਨਾਓ ਦੈਨ ਦੇ ਪ੍ਰਾਈਸ ਹਾਈਕ, ਤਾਂ ਉਹ ਆਮ ਬੰਦੇ ਨੂੰ ਨਹੀਂ ਅਫੋਰਡ ਕਰ ਸਕਦੇ ਆ. They can't afford that. That's what the farmers fear is going to happen. They fear that they've got no alternatives, they're going to be at the hand of these big corporations, and they've signed contracts. Now, you're going to say, well, if the company breaches a contract, then the farmer can take him to court. ਜਿਹੜਾ ਹੁਣ ਵਿਚਾਰਾ ਫਾਰਮਰ ਆ, ਕਿਸਾਨ ਆ, ਉਹ ਵੱਡੀ ਕੋਆਪਰੇਸ਼ਨ ਦੇ ਵਿੱਚ ਇੰਡੀਆ ਦੇ ਵਿੱਚ ਕਿੱਦਾਂ ਉਹਨੂੰ ਟੈਕਲ ਕਰੇਗਾ ਕੋਰਟ ਦੇ ਵਿੱਚ? ਕੋਰਟ ਦੀ ਸਿਸਟਮ ਇੰਨੀ ਕੰਪਲੈਕਸ ਆ ਇੰਡੀਆ ਦੇ ਵਿੱਚ, ਉੱਥੇ ਤਾਂ ਜੇ ਕਿਰਾਏਦਾਰ ਕੱਢਣਾ ਤਾਂ 10 ਸਾਲ ਲੱਗ ਜਾਂਦੇ ਆ. ਤਾਂ ਬ੍ਰੀਚ ਆਫ ਕੰਟਰੈਕਟ ਦਾ ਕੇਸ ਤਾਂ ਕੀ ਚੱਲੂ? ਆ ਸਲਮਾਨ ਖਾਨ ਨੇ ਅਲੈਜਡਲੀ ਜਾਨਵਰ ਮਾਰਿਆ ਸੀ, ਉਹਦੀ ਹੱਲੇ ਤੱਕ ਸੁਣਵਾਈਆਂ ਹੁੰਦੀਆਂ. ਉਹ ਵੀ ਜਦੋਂ ਫਿਲਮ ਹਮ ਸਾਥ ਸਾਥ ਹੈ ਸ਼ੂਟ ਹੁੰਦੀ ਸੀ, ਜਿਹੜੇ ਤੁਹਾਡੇ ਬੱਚੇ ਉਹ ਤਾਂ ਉਸ ਵੇਲੇ ਜੀਂਦੇ ਵੀ ਨਹੀਂ ਸੀ. Half the kids watching the show, they weren't even born when Hum Saath Saath Hai was made. ਆਪਾਂ ਤਾਂ ਛੋਟੇ ਸੀਗੇ, we were like in our teens, and that case is still going on. So what justice can a kisan, a farmer, expect from the courts against a big corporation who's got money, power, everything to throw at it? They're going to eradicate that. Farmers are going to be... So ਜਿਹੜਾ ਨਵਾਂ law ਆ ਉਹਦੇ ਵਿੱਚ ਇਹ ਵੀ ਲਿਖਿਆ ਆ ਕਿ that the small farmer can't go beyond the DC. They can't go to a proper civil court. So ਉਹ DC ਕੋਲ ਜਾ ਸਕਦੇ ਕੰਪਲੇਂਟ ਕਰਨ ਲਈ, and DC's got a lot on his mind. ਇੱਕ DC ਹੁੰਦਾ ਜ਼ਿਲ੍ਹੇ ਦਾ, ਉਹ ਹੁਣ ਤੁਹਾਡੇ ਕਿੰਨੇ ਕਿਸਾਨਾਂ ਦੀ ਕੰਪਲੇਂਟ ਕਰੂਗਾ? ਉਹ ਵੀ against the big corporations who are greasing palms everywhere. So that's a big area of concern. So ਆਪਣੇ ਜੋ farmers ਕਹਿੰਦੇ MSP ਨੂੰ ਹਟਾਉਣਾ ਨਹੀਂ ਚਾਹੀਦਾ. We need the MSP there. This is what the talks are about. They're saying we should have an alternative to these big corporations so they don't monopolize us, so they don't squeeze us into a corner. Aya crux of the matter. This is what it is all about. And the other thing is, right, ਜੇ ਮੈਂ legal contract ਕੀਤਾ ਕਿਸੇ ਨਾਲ to sell something, what about if the company goes bankrupt? Then what am I supposed to do? Who am I supposed to sell my thingy to then? My anaj to then? I'm government ਵਾਲੀ ਤਾਂ ਗਈ ਆ MSP. I haven't got that. The mandiyans are finished.
because the corporations finished them off. So where am I supposed to go then? So the farmers are saying we need an alternative to the big corporations, even if you do bring them in, but ਜਿਹੜਾ MSP ਆ minimum support price ਉਹਨੂੰ ਨਾ ਤੁਸੀਂ ਠਾਇਓ, because ਉਹਦੇ ਵਿੱਚ we need ਮਤਲਬ ਕਿ some sort of backup so we don't get squeezed into a hole. ਤੁਹਾਨੂੰ ਮੈਂ ਕਿਸਾਨਾਂ ਲਈ ਦੱਸ ਦਿੰਦਾ ਕਿੰਨਾ ਹਾਰਡ ਆ. Let me tell you how hard it is for farmers. ਜਦ ਦਾ ਦੇਸ਼ ਆਜ਼ਾਦ ਹੋਇਆ, ਜਿਹੜੀ 100 ਰੁਪਏ ਦੀ ਕ੍ਰੌਪ ਸੀਗੀ ਨਾ, ਉਹ ਹੁਣ 119 ਦੀ ਹੈਗੀ ਆ. It's only gone up 19%, the crop price for selling, for farmers, officially. ਜਿਹੜੇ ਗਵਰਨਮੈਂਟ ਦੇ MP ਆ ਨਾ, ਉਹਨਾਂ ਦੀ ਪੇ ਪਤਾ ਕਿੰਨੀ ਵਧੀ ਆ? 280%. ਨਾਲੇ ਉਹਨਾਂ ਨੂੰ 2-2 ਪੈਨਸ਼ਨਾਂ ਮਿਲਦੀਆਂ ਜੇ ਉਹ MLA ਵੀ ਰਹੇ ਆ. ਫਾਰਮਰ ਨੂੰ ਤਾਂ ਕੁਝ ਨਹੀਂ ਮਿਲਦਾ ਇਸ ਚੀਜ਼ ਦਾ. ਸੋ ਇਨ ਕੰਪੈਰੀਜ਼ਨ ਆਇਆ ਜਿਹੜਾ ਐਵਰੇਜ ਫਾਰਮਰ ਆ ਨਾ, ਉਹਦੇ ਕੋਲ 1 ਜਾਂ 1.5 ਖੇਤ ਆ in all of India. The average farmer has 1 or 1.5 khet. Now, according to what the government give you on the rate, ਤੁਹਾਡੀ ਉਹ ਸਾਲ ਦੀ ਆਮਦਨੀ is 51,000 rupees. ਉਹ ਮਹੀਨੇ ਦੀ ਹੋ ਜਾਂਦੀ ਆ ਕੁਛ ਹਜ਼ਾਰ ਰੁਪਈਆ. ਇੱਕ ਦਿਹਾੜੀ ਦੀ ਪਤਾ ਕਿੰਨੀ ਆ? 200 ਰੁਪਈਆ. If you've got 1 acre of land and you're farming that, you are earning 200 rupees a day, which is £2. Let that sink in. That's a farmer who's got 1 khet. So ਜਿਹੜੇ ਛੋਟੇ farmers ਆ, ਇਹਨਾਂ ਦਾ ਤਾਂ ਬਿਲਕੁਲ finished ਹੀ ਆ ਕੰਮ. Farming is only profitable in large scales. ਜਿਹੜੇ 50 ਖੇਤ ਦੀ ਖੇਤੀ ਕਰਦੇ, ਜਿਹੜੇ 100 ਖੇਤੀ ਦੀ ਖੇਤੀ ਕਰਦੇ, ਜਿਹੜੇ ਕੋ 1 ਖੇਤ ਜਾਂ 2 ਖੇਤ ਆ, ਉਹਦੀ ਤਾਂ ਇਨਕਮ ਹੀ ਬਹੁਤ ਥੋੜੀ ਆ. 200 ਰੁਪਈਆ ਦਿਹਾੜੀ ਦਾ. If I was a farmer with 1 acre, ਜੇ ਮੈਂ ਖੇਤੀ ਛੱਡ ਕੇ ਨਾ ਕਟੋਰੀ ਲੈ ਕੇ grab a bowl and ਮੈਂ 3-4 ਲੋਕਲ ਟ੍ਰੇਨਾਂ ਤੇ ਜਾ ਕੇ begging ਕਰਾਂ, I would earn more than what I do on farming. So in India, begging would be more profitable than farming 1 acre of land. That is the real situation. And jab tak government is cheez nu fix nahi kardi, jab tak farmers are going to have a problem. This is why farmers are committing suicides. This is why farmers are sending their children abroad. ਜਿਹੜੇ ਜ਼ਿਮੀਂਦਾਰਾਂ ਦੇ ਕਿਸਾਨਾਂ ਦੀ ਕੋਠੀਆਂ ਪਈਆਂ ਨਾ, ਇਹ ਫਾਰਮਿੰਗ ਚੋਂ ਨਹੀਂ ਪਈਆਂ, ਇਹ ਉਹਨਾਂ ਦੇ ਘਰਾਂ 'ਚ ਪਈਆਂ ਜਿਨ੍ਹਾਂ ਦੇ ਬੱਚੇ ਬਾਹਰ ਗਏ ਹੋਆ. ਜਿਹੜੇ ਆਮ ਤੌਰ ਤੇ ਵਿਚਾਰੇ ਕਿਸਾਨ ਆ, ਜਿਹੜੀ 2-3 ਖੇਤਾਂ ਦੀ ਖੇਤੀ ਕਰਦੇ ਆ, ਉਹ ਤਾਂ ਹਜੇ ਵੀ ਕੱਚੇ ਘਰਾਂ 'ਚ ਹੀ ਰਹਿ ਰਹੇ. So that's why farmers struggle, borrow money, sometimes off the middleman, and send their kids abroad. And this is why your dads and my dad, they came here, because surviving on farming was not viable. So ਜਿਹੜੇ ਲੋਕ ਇੱਥੇ ਬਹਿ ਕੇ ਫੜਾ ਮਾਰਦੇ ਆ ਨਾ ਕਿ ਆਪਾਂ ਤੋਂ ਇੰਗਲੈਂਡ ਆਉਣ ਦੀ ਲੋੜ ਨਹੀਂ ਸੀ, ਆਪਾਂ ਤਾਂ ਜੀ 10 ਖੇਤ ਆ, ਸਾਡੇ ਕੋਲ 15 ਖੇਤ ਆ, ਤੇ ਵੀ ਇੱਥੇ ਫਿਰ ਲੈਣ ਕੀ ਆਏ ਤੁਸੀਂ? ਸਵਾਲ ਲੈਣ ਆਏ ਆ. The reality of a farmer, ਜਿਹੜਾ real farming ਆ, that's it. और ਜਿਹੜੇ ਲੋਕ ਜੱਟ ਵੀ ਕਹਿੰਦੇ, and I'm a ਜੱਟ as well, but actually reality ਬਹੁਤ ਦੂਰ ਆ. ਜੱਟਾਂ ਦੀ reality ਇਸ ਵੇਲੇ, ਕਿਸਾਨਾਂ ਦੀ reality ਬਹੁਤ ਦੂਰ ਆ from the songs. ਇਹ ਸਿਰਫ ਗਾਣੇ ਵਿਕਦੇ ਆ, ਹੋਰ ਕੁਛ ਨਹੀਂ ਇਹਨਾਂ ਦਾ ਜੋ ਹੈਗਾ reality. Reality ਇਹ ਆ that a middleman does not a lot and earns the same amount, if not more, than the actual farmer. And the government have fixed a price called an MSP, which should be a minimum support price. In fact, that's become a maximum, because in the mandi, in the local markets, no one pays more than the MSP, because they say, you know what, this we're going to pay what the government are offering, otherwise go and sit it to the government. You go travel 6 hours on your tractor and trolley and pay for your petrol, and you sell it there. Because if the government's offering 20 rupees, why would a private company offer 25?
Doesn't make sense, right? Why are Punjab and Haryana people there? 2/3 of the wheat produced for India comes from Punjab. 60% of jawar, of rice produced in India, comes from Haryana. That's why Punjab and Haryana farmers are at the forefront. And then you've got Bihar farmers who are hardly surviving. Tamil Nadu ਦੇ ਫਾਰਮਰਾਂ ਨੂੰ 3 ਸਾਲ ਹੋ ਗਏ ਦਿੱਲੀ 'ਚ ਪ੍ਰੋਟੈਸਟ ਕਰਦਿਆਂ ਨੂੰ ਮੀਡੀਆ ਉਹਨਾਂ ਨੂੰ ਤਾਂ ਕਦੇ ਹਾਈਲਾਈਟ ਨਹੀਂ ਕਰਦਾ ਉਹਨਾਂ ਨੂੰ ਤਾਂ ਕਦੇ ਟੈਰਰਿਸਟ ਨਹੀਂ ਸੱਦਿਆ ਉਹਨਾਂ ਨੂੰ ਜਗ੍ਹਾ ਦਿੱਤੀ ਕਿ ਤੁਸੀਂ ਇੱਥੇ ਰੌਲਾ ਪਾਈ ਜਾਓ ਨਾ ਕੋਈ ਜਾਂਦਾ ਜੀ ਨਾ ਕੋਈ ਉੱਥੇ ਸੁਣਦਾ 3 ਸਾਲ ਹੋ ਗਏ ਤਾਮਿਲ ਨਾਡੂਆਂ ਦੇ ਫਾਰਮਰਾਂ ਨੂੰ ਪ੍ਰੋਟੈਸਟ ਕਰਦਿਆਂ ਨੂੰ This is why the Punjabis and the Haryanvis have decided to do this. It's like a revolution. And ਜਦੋਂ ਵੀ ਕੋਈ revolution ਹੋਈ ਆ ਇੰਡੀਆ ਦੇ ਵਿੱਚ everyone knows ਜ਼ਿਆਦਾ ਪੰਜਾਬ ਤੋਂ ਹੀ ਸ਼ੁਰੂ ਹੋਈ ਆ ਭਾਵੇਂ ਉਹ ਸਾਡੇ ਗੁਰੂਆਂ ਦੇ ਵਕਤ ਦੀ ਸੀਗੀ ਜਦੋਂ ਉਹਨਾਂ ਨੇ ਮੁਗਲਾਂ ਨਾਲ ਲੜਿਆ ਸਿੰਗਲ ਹੱਥੀ ਜਾਂ ਉਹ ਅੰਗਰੇਜ਼ਾਂ ਦੇ ਵਕਤ ਦੀ ਸੀਗੀ ਜਦੋਂ ਭਗਤ ਸਿੰਘ ਜੀ ਨੇ ਰੈਵੋਲੂਸ਼ਨ ਕੀਤੀ ਸਾਡੀ ਗਦਰੀ ਬਾਬੇ ਜਿਹਨਾਂ ਆ ਉਹਨਾਂ ਨੇ ਮਦਨ ਲਾਲ ਢੀਂਗਰਾ ਕਰਤਾਰ ਸਿੰਘ ਸਰਾਭਾ and all of these people ਲਾਲਾ ਲਾਜਪਤ ਰਾਏ ਇਹਨਾਂ ਨੇ ਸ਼ੁਰੂ ਕੀਤੀ ਸੀਗੀ ਇਹ ਜ਼ਿਆਦਾ ਜੋ ਹੁੰਦੀ ਆ ਪੰਜਾਬ ਤੋਂ ਰੈਵੋਲੂਸ਼ਨ ਹੀ ਚੱਲਦੀ ਹੈਗੀ ਆ ਇਹਦਾ ਮਤਲਬ ਇਹ ਨਹੀਂ ਜੇ ਕੋਈ ਆਪਣਾ ਹੱਕ ਮੰਗਦਾ ਉਹ ਟੈਰਰਿਸਟ ਨਹੀਂ ਬਣ ਜਾਂਦਾ ਜੀ ਉਹ ਸਿਰਫ ਹੱਕ ਮੰਗਦੇ ਆ ਫੇਅਰਨੈਸ ਮੰਗਦੇ ਹੁਣ ਤੁਹਾਨੂੰ ਐਕਸਪਲੇਨੇਸ਼ਨ ਪਤਾ ਲੱਗ ਗਿਆ ਨਾ ਹੁਣ ਤਾਂ ਤੁਸੀਂ ਸਮਝਦੇ ਆ ਨਾ ਕਿ ਕਿਸਾਨ ਤਾਂ ਰਗੜਿਆ ਜਾਂਦਾ ਵਿਚਾਰਾ ਹੈ ਨਾ ਇਹ ਤਾਂ ਮੋਨੋਪੋਲੀ ਜਿਹੜੇ ਆ ਉਹਨਾਂ ਕੋਲ ਹੀ ਬਸ ਜੋ ਹੈਗੇ ਆ ਸੋ ਇਹਦਾ ਹੱਲ ਕਰਨ ਲਈ that's why the farmers are going and now talks are going on ਤਾਂ ਹੁਣ ਦੇਖੋ ਇਹਦਾ ਮਸਲਾ ਜੋ ਹੱਲ ਹੈਗਾ ਕੀ ਨਿਕਲਦਾ I hope ਮੈਂ ਇਹਨੂੰ ਐਕਸਪਲੇਨ ਕਰ ਚੁੱਕਾ ਆਪਣੇ ਵਿੱਚ ਮੈਂ ਬ੍ਰੇਕ ਤੋਂ ਬਾਅਦ ਕੁਝ ਹੋਰ ਕਮੈਂਟਸ ਵੀ ਕਰਨਾ ਚਾਹੁੰਦਾ ਆਪਣੇ ਨਿੱਜੀ ਵਿਊਜ਼ ਦੇਣਾ ਚਾਹੁੰਦਾ ਹਾਂ ਜੋ ਹੈਗੇ ਆ ਤਾਂ ਉਹ ਵੀ ਮੈਂ ਦਵਾਂਗਾ ਹੈ ਨਾ but this was the whole matter in ਆਪਣਾ ਹੁਣ ਜਿੰਨਾ ਹੈਗਾ ਆ ਆਪਾਂ ਇੰਡੀਆ 'ਚ ਬੈਠੇ ਤਾਂ ਹੈ ਨਹੀਂ ਨਾ ਹੀ ਆਪਾਂ ਖੇਤੀ ਕਰਦੇ ਆ ਹੈ ਨਾ ਆਪਾਂ ਤਾਂ ਤੁਹਾਡੇ ਅੰਗਰ ਜੋ ਬਾਹਰ ਆਏ ਹੋ ਦਿਹਾੜੀ ਲਾਉਣ ਵਾਲੇ ਬੰਦੇ ਆ ਸੋ ਉਹਦੇ ਵਿੱਚ ਆਪਾਂ ਬੈਠ ਕੇ ਲਾਈ ਦੀ ਦਿਹਾੜੀ ਤੁਸੀਂ ਖੜ ਕੇ ਲਾਉਣੇ ਇੰਨਾ ਫਰਕ ਹੈ ਬਟ ਹੋਪਫੁਲੀ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਐਕਸਪਲੇਨ ਕਰਨ ਨੂੰ ਐਂਡ ਟੂ ਦ ਪੀਪਲ ਹੂ like you know people like sort of myself who didn't understand the issue at first hopefully we now know what the issue is and how farmers are getting a bit of a raw deal out of this so the farmers are like we still don't get the money so the first a middleman takes it and now the big corporations are going to take it so ਇਹਦੇ ਵਿੱਚ ਆਹ ਚੀਜ਼ and you can't go to a big corporation and say ਮੇਰੇ ਕੁੜੀ ਦਾ ਵਿਆਹ ਆ ਮੈਨੂੰ 5 ਲੱਖ ਦਿਓ in advance they won't have it they'll say who are you mate give us supply us the thing yeah it's like going to Vodafone and saying can you like let me off 12 months of free in advance and I'll pay you at the end of the year like, mate we're going to disconnect you if you don't pay the bill you've got till the 12th to pay it if it goes to the 13th you're cut off it's incoming only so chalo that was me trying to explain it there's a few more things I want to explain a few more people have on Twitter ke ki ho raha ki nahi ਤੇ ਸਾਡੇ ਜੋ ਪੰਜਾਬੀ ਲੋਕ ਹੈ ਉਹ ਕਿਸ ਤਰ੍ਹਾਂ ਇੱਕ ਦੂਜੇ ਦੀ ਸਪੋਰਟ ਕਰ ਰਹੇ ਆ ਜਾਂ ਨਹੀਂ ਸੋ ਆਪਾਂ ਸਾਰੀਆਂ ਗੱਲਾਂ ਕਰਾਂਗੇ ਬ੍ਰੇਕ ਤੋਂ ਬਾਅਦ we'll go on a break we'll come back afterwards You're incredibly lucky even to see this beautiful animal. She's one of the last precious few mountain gorillas. But her life is full of mortal dangers, like this vicious trap left to catch other animals. Will you help protect her future? Please adopt a gorilla with WWF for just £3 a month. Call 0800 038 0911 or search WWF Adopt a Gorilla and adopt a better future for gorillas today. I can't believe you're finally mine. The new iPhone 12 Pro with 5G.
You're just so beautiful. Those edges, that camera. And it comes with a full works plan from EE. 24 months of Apple Music, Apple TV Plus, and Apple Arcade. And now 24 months of BT Sport, too. All this on the UK's #1 5G network. Don't get iPhone envy. Get the iPhone 12 Pro today with a full works plan, only on EE. Order online or over the phone. The time Ollie had a temperature, I found a lump. I hated my body. I was scared to go out. I didn't know what to do. Thankfully, I had Bupa by my side. And they knew exactly. How to help. As a Bupa customer, you get around-the-clock access to expert advice from the comfort of your own home, so you can stay in control of your health, wherever you are. Call or go online for a quote. Bupa. For living. Beagle wants a little word of all you mums and dads out there. He says we all insure our homes, our cars, our phones even. But we don't think about life insurance. It's bargain mad. Beagle Street could give you 200 grand's worth of cover for less than the price of a family-sized pizza. Buy life insurance with Beagle Street, and you could get a gift card worth up to 100 quid with your policy. Call 0800 247 247 or go to beaglestreet.com. Daisy, 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 Daisy. Daisy, Marc Jacobs. ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਕੋਸ਼ਿਸ਼ ਕਰ ਰਹੇ ਹਾਂ ਜੀ ਤੁਹਾਨੂੰ ਪੰਜਾਬੀ 'ਚ ਤੇ ਅੰਗਰੇਜ਼ੀ 'ਚ ਨੂੰ ਸਮਝਾਉਣ ਲਈ ਕਿ ਜੀ ਕਿ ਕੀ ਹੋ ਰਿਹਾ ਕੀ ਨਹੀਂ ਫਾਰਮਰ ਪ੍ਰੋਟੈਸਟ ਦੇ ਵਿੱਚ ਤੇ ਜੀ where it's hard for me as well because I'm having to think in English, translate to Punjabi, think to English, and I've done that my whole life, and I'm sure you have as well if you're around about my age, and it's just you know, it's perplexing. It's not an easy issue to understand. Right, ਹੁਣ ਆਪਾਂ ਚੱਲੀਏ ਜੀ ਪੋਲੀਟੀਕਲ ਵੱਲ ਨੂੰ ਕਿ ਜੀ ਪੋਲੀਟੀਕਲ ਵੱਲ ਨੂੰ ਟਵਿੱਟਰ ਤੇ ਕਿ ਜੀ ਕੀ ਕੁਛ ਹੋ ਰਿਹਾ ਕੀ ਕੁਛ ਨਹੀਂ ਕੌਣ ਕੀ ਕੁਛ ਕਹਿ ਰਿਹਾ ਕੀ ਕੁਛ ਨਹੀਂ ਪਾਰਟੀਆਂ ਇਹਦੇ ਬਾਰੇ ਕੀ ਕਹਿ ਰਹੀਆਂ ਪਾਰਟੀ ਇਹ ਕਹਿ ਰਹੀ ਹੈ ਜੀ ਬੀਜੇਪੀ ਵਾਲੀ ਪਾਰਟੀ ਕਹਿ ਰਹੀ ਕਿ ਇਹ ਕਾਨੂੰਨ ਜੋ ਹੈਗਾ ਇਹ ਜ਼ਰੂਰੀ ਆ ਇਹ ਮਿਡਲਮੈਨ ਨੂੰ ਆਰਤੀਆ ਨੂੰ ਕੱਢ ਦੂਗਾ ਤਾਂ ਆਰਤੀਆ ਇਹਦਾ ਮੁਨਾਫਾ ਨਹੀਂ ਉਠਾ ਸਕੂਗੇ ਫਾਰਮਰ ਦਾ ਤੇ ਵਿਹਲੇ ਮਤਲਬ ਕਿ ਵਿਹਲੇ ਵੀ ਨਹੀਂ ਕਿ ਆਪਣਾ ਇਸ ਚੀਜ਼ ਦਾ ਇਹ ਨਹੀਂ ਕਿ ਇੱਕ ਹਾਰਵੈਸਟ ਤੋਂ 6 ਮਹੀਨੇ ਮੌਜਾਂ ਕਰਨ ਤੇ ਉਹ ਚੀਜ਼ ਨਹੀਂ ਹੋਊਗੀ that's what the BJP is saying ਕਾਂਗਰਸ ਜੀ ਕਹਿ ਰਹੀ ਹੈ ਕਿ ਡੈਮੋਕ੍ਰੇਸੀ ਦੀ ਹੱਤਿਆ ਹੋ ਗਈ ਐਂਡ ਆਰਡੀਨੈਂਸ ਪਾਸ ਕੀਤਾ ਗਿਆ ਤੇ ਡਿਬੇਟ ਨਹੀਂ ਹੋਈ ਇਹ ਜੀ ਗਲਤ ਹੈ ਕਾਨੂੰਨ ਐਂਡ ਇਹ ਫਾਰਮਰਾਂ ਦੀ ਸਾਈਡ ਲੈਣੀ ਚਾਹੀਦੀ ਆ ਰਿਐਲਿਟੀ ਕੀ ਆ ਰਿਐਲਿਟੀ ਇਹ ਆ ਜੀ ਕਿ 2019 ਵਿੱਚ ਕਾਂਗਰਸ ਨੇ ਆਪਣੀ ਮੈਨੀਫੈਸਟੋ ਵਿੱਚ ਇਹੀ ਲਿਖਿਆ ਸੀ ਕਿ ਆਪਾਂ ਵੀ ਇਹੀ ਕਾਨੂੰਨ ਲੈ ਕੇ ਆਉਣੇ ਆ ਤਾਂ ਅੱਜ ਇਹ ਕਹਿ ਰਹੀ ਹੈ ਕਿ ਡੈਮੋਕ੍ਰੇਸੀ ਦੀ ਡੈਥ ਹੋ ਗਈ ਇਹ ਕਾਨੂੰਨ ਆਊਟਡੇਟਡ ਹੈਗੇ ਆ ਇਹ these ਕਾਨੂੰਨਸ ਆ ਇਹ ਆਉਣੇ ਨਹੀਂ ਚਾਹੀਦੇ ਬਿਨਾਂ ਪੁੱਛ ਤੋਂ ਲਿਆਏ ਗਏ ਹੈ ਨਾ ਬੀਜੇਪੀ ਕੀ ਕਹਿ ਰਹੀ ਆ 2001 ਵਿੱਚ ਬੀਜੇਪੀ ਨੇ ਇਹੀ ਕਾਨੂੰਨਾਂ ਨੂੰ ਕੰਟਰੈਕਟ ਫਾਰਮਿੰਗ ਜੋ ਹੈਗੀ ਆ ਨਾ ਕਿਹਾ ਸੀ ਇਹੀ ਸਰਕਾਰ ਨੇ ਇਹੀ ਬੰਦੇ ਸੀਗੇ ਤਾਂ ਹੁਣ ਇਹ ਕਹਿ ਰਹੀ ਹੈ ਜੀ ਕਿ ਇਹ ਗੇਮ ਚੇਂਜਿੰਗ ਹੈਗੀ ਆ ਸੋ ਇਹ ਜੋ ਪੋਲੀਟੀਕਲ ਪਾਰਟੀਜ਼ ਆ ਇਹਨੂੰ ਸਿਰਫ ਆਪਣੇ ਫਾਇਦੇ ਲਈ ਮਰੋੜ ਤਰੋੜ ਕਰ ਰਹੀ ਹੈਗੀ ਆ ਤਾਂ ਬਹੁਤ ਲੋਕ ਆਪਣੇ ਫਾਇਦੇ ਲਈ ਇਹਦੇ ਚੋਂ ਮੁੱਦੇ ਚੋਂ ਆਪਣੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਚੋਂ ਸਾਡੀ ਇੱਕ ਬਾਲੀਵੁੱਡ ਐਕਟਰਸ ਜੀ ਹੈਗੀ ਆ ਕੰਗਨਾ ਰਣੌਤ ਜੀ ਉਹਨਾਂ ਨੇ ਬੜੀ ਟਵੀਟ ਕੀਤੇ ਪ੍ਰੋਟੈਸਟਾਂ ਦੇ ਖਿਲਾਫ ਤਾਂ ਉਹਨਾਂ ਨੇ ਇੱਕ ਦੋ ਜੋ ਹੈਗਾ ਉਹਦੇ ਖਿਲਾਫ ਰਿਟ ਵੀ ਇਸ਼ੂ ਹੋ ਗਿਆ ਉਹਨਾਂ ਨੇ ਕੋਈ ਇੱਕ ਬੀਬੀ ਦੀ ਜੋ ਕਿ ਸਾਡੀ ਆਪਾਂ ਜਿਹਨੂੰ ਆਪੇ ਆਂਟੀ ਜੀ ਆਪਾਂ ਬੀਬੀ ਜੀ ਕਹਾਂਗੇ ਸਾਡੀ ਪੰਜਾਬੀ ਇੱਕ ਮਾਤਾ ਜੀ ਨੂੰ ਕਿਹਾ ਜੀ ਕਿ ਇਹ ਤਾਂ ਦਿਹਾੜੀ 100 ਰੁਪਏ ਦਿਹਾੜੀ ਦੀ ਮਿਲਦੀ ਆ ਕਿਰਾਏ ਤੇ ਸਭ ਕਿਰਾਏ ਤੇ ਲਿਆਈ ਗਈਆਂ ਬੀਬੀਆਂ ਉਹਦੇ ਖਿਲਾਫ ਜੀ ਬੜੇ ਲੋਕ ਭਰ ਕੇ ਜਿਹਦੇ ਵਿੱਚ ਮੈਂ ਖੁਦ ਵੀ ਹਾਂ ਕਿ ਪਹਿਲੇ ਤਾਂ ਸਾਡੀਆਂ ਮਾਵਾਂ ਨੂੰ ਤੂੰ ਗੱਲ ਕਿੱਦਾਂ ਕਹਿ ਗਈ ਉਹਦੇ ਵਿੱਚ ਕੱਲ ਇਹਨਾਂ ਦੀ ਦਿਲਜੀਤ ਦੋਸਾਂਝ ਦੀ ਜੋ ਸਾਡੇ ਪੰਜਾਬ ਦੇ ਕਲਾਕਾਰ ਹੈਗੇ ਆ ਬੜੀ ਇਹਨਾਂ ਦੀ ਤਾਂ ਆਪਸ ਵਿੱਚ ਤੂੰ ਮੈਂ ਹੋਈ ਤਾਂ ਦਲਜੀਤ ਨੇ ਵੀ ਖੜੀਆਂ ਸਿੱਧੀਆਂ ਸੁਣਾਤੀਆਂ ਕੰਗਣਾ ਨੂੰ ਕਿ ਜੀ ਤੂੰ ਤਾਂ ਫੇਲਡ ਐਕਟਰਸ ਆ ਤਾਂ ਤੂੰ ਸਿਰਫ ਆਪਣੀ ਇਹ ਵੋਟ ਲਈ ਕਰ ਰਹੀ ਆ ਕਿ ਤੂੰ ਸੁਸ਼ਾਂਤ ਦੇ ਮੌਤ ਦੇ ਇਸ਼ੂ ਦਾ ਵੀ ਆਪਣਾ ਪਪੂਲੈਰਿਟੀ ਦੇਖ ਰਹੀ ਆ ਕਿ ਤੂੰ ਜੋ ਹੈਗੀ ਆ ਕਹਿ ਕਿੱਦਾਂ ਦਿੱਤਾ ਕਿ ਸਾਡੀਆਂ ਮਾਵਾਂ ਕਿਰਾਏ ਤੇ ਆਉਂਦੀਆਂ
ਉਹਦੇ ਬਹੁਤ ਵੱਡੀ ਗੱਲ ਆ ਕਹਿਣ ਨੂੰ। ਸੋ ਇਹਦੇ ਵਿੱਚ ਆਪਾਂ ਜੀ ਦਲਜੀਤ ਜੀ ਦੇ ਨਾਲ ਆ, ਆਪਾਂ ਜੀ ਇਹਦੇ ਵਿੱਚ ਇਹ ਵੀ ਆਪਾਂ ਖੁਦ ਕਿਸੇ ਦੀ ਮਾਂ ਨੂੰ ਲਿਆਉਣਾ ਵਿੱਚ, ਕਿਸੇ ਬਜ਼ੁਰਗ ਨੂੰ ਲਿਆਉਣਾ ਵਿੱਚ, ਕਿ ਉਹ ਜਿਹੜੀ ਬੀਬੀਆਂ ਗਈਆਂ ਆ ਉਹ ਪਾਗਲ ਆ, 80 ਸਾਲ ਦੀਆਂ, 70 ਸਾਲ ਦੀਆਂ, ਉਹ ਕਿਰਾਏ ਤੇ ਲੈ ਕੇ ਆਏ ਆ। ਇਹ ਕੋਈ ਸੈਂਸ ਵਾਲੀ ਗੱਲ ਨਹੀਂ ਹੈਗੀ। ਤੇ ਇਹਦੇ ਵਿੱਚ ਕਾਫੀ ਲੋਕਾਂ ਨੇ ਉਹਨੂੰ ਕੰਗਣਾ ਨੂੰ ਨਿੰਦਿਆ, ਤਾਂ ਉਹਨੂੰ ਕਾਫੀ ਕਿਹਾ ਕਿ ਤੂੰ ਹੁਣ ਬਹਿ ਜਾ, ਕਿ ਬਹੁਤ ਹੋ ਗਿਆ ਤੇਰਾ। ਉਧਰ ਹੀ ਜੋ ਜਰਨਲਿਸਟ ਹੈਗੇ ਆ ਉਹ ਬੜੇ ਇਸ ਚੀਜ਼ ਨੂੰ ਕਦੇ ਇੱਧਰ ਹੋ ਜਾਂਦੇ, ਕਦੇ ਇੱਧਰ ਹੋ ਜਾਂਦੇ। ਸਾਡੀ ਬਰਖਾ ਦੱਤ ਜੀ ਆ ਇੱਕ, ਉਹ ਤਾਂ ਜੀ ਮੈਨੂੰ ਤਾਂ ਕੁੱਕੜ ਵਾਂਗਰ ਲੱਗਦੀ ਆ, ਕਿ ਜਿੱਧਰ ਸੂਰਜ ਦੇਖਿਆ ਉੱਧਰ ਬਾਂਗ ਦੇ ਦਿੱਤੀ, ਜਿੱਦਾਂ ਕੁੱਕੜੂ ਘੜੂ, ਕਦੇ ਇੱਧਰ ਦੇ ਕਦੇ ਉੱਧਰ ਦੇ। ਇੰਡੀਆ ਮੀਡੀਆ ਜੋ ਹੈਗੀ ਆ ਫੇਅਰ ਕਵਰੇਜ ਨਹੀਂ ਦੇ ਰਹੀ ਐ ਇਸ ਇਸ਼ੂ ਨੂੰ। ਜ਼ਿਆਦਾ ਦੀ ਫੇਅਰ ਕਵਰੇਜ ਜੋ ਹੈਗੀ ਇੰਟਰਨੈਟ ਤੇ ਆ ਰਹੀ ਆ, ਫੇਸਬੁੱਕ ਰਾਹੀਂ, ਟਵਿੱਟਰ ਰਾਹੀਂ। ਸੋ ਇਹਦੇ ਵਿੱਚ ਆਹ ਦੇਖਣ ਵਾਲੀ ਗੱਲ ਹੈ। ਦੂਜੀ ਗੱਲ ਹੈ ਜੀ, ਇਹਨਾਂ ਨੂੰ ਜੋ ਰਾਈਟ ਵਿੰਗ ਹੈਗੇ, ਜਿਹਨਾਂ ਨੂੰ ਸੰਘੀ ਅਸੀਂ ਕਹਿ ਦਈਦਾ ਆ, ਸ਼ਿਵ ਸੈਨਾ ਵਾਲੇ ਲੋਕ ਜੋ ਹੈਗੇ, ਜਿਹਨਾਂ ਨਾਲ ਜੁੜੇ ਹੋ ਹੈਗੇ ਕੁਛ, ਉਹ ਕਹਿ ਰਿਹਾ ਜੀ ਇਹ ਜੋ ਪੰਜਾਬ ਤੋਂ ਆਏ ਸਾਰੇ ਖਾਲਿਸਤਾਨੀ ਹੈਗੇ ਜੀ। ਖਾਲਿਸਤਾਨ ਦਾ ਤਾਂ ਕੋਈ ਰੌਲਾ ਹੀ ਨਹੀਂ ਇਹਦੇ ਨਾਲ। ਇਹਦੇ ਵਿੱਚ ਉਲਟਾ ਤੁਸੀਂ ਇਹ ਮੁੱਦਾ ਕਹਿ ਕੇ ਤੁਸੀਂ ਲੋਕਾਂ ਨੂੰ ਉਹਨਾਂ ਵੱਲ ਧਕੇਲਣਾ ਹੈਗਾ ਆ। ਜਦੋਂ ਬੰਦਾ ਨੂੰ ਤੁਸੀਂ ਬਾਰ-ਬਾਰ ਕਹੀ ਜਾਓ ਤੂੰ ਚੋਰ ਆ, ਤੂੰ ਚੋਰ ਆ, ਤੂੰ ਚੋਰ ਆ, ਜਾਂ ਤੂੰ ਗਲਤ ਆ, ਤੂੰ ਗਲਤ ਆ, ਤਾਂ ਬੰਦਾ ਕਹਿੰਦਾ ਹੋਊ ਪਰੇ, ਚਲ ਮੈਂ ਗਲਤ ਹੀ ਸਹੀ ਫਿਰ, ਹੈ ਨਾ। ਜੇ ਤੁਸੀਂ ਇਹ ਚੀਜ਼ ਨੇ ਅਜ਼ਮਾਈ, ਤੁਸੀਂ ਆਪਣੇ ਨਿਆਣਿਆਂ ਤੇ ਅਜ਼ਮਾ ਕੇ ਦੇਖ ਲਓ, ਹੈ ਨਾ। ਨਿਆਣੇ ਨੂੰ ਤੂੰ ਕਹੋਗੇ ਤੂੰ ਗੰਦਾ ਹੈ, ਤੂੰ ਗੰਦਾ ਹੈ, ਤੂੰ ਗੰਦਾ ਹੈ, ਤੂੰ ਗੰਦਾ, ਉਹਨੂੰ ਖੀਚ ਕਹਿੰਦੇ ਚੱਲ ਮੈਂ ਗੰਦਾ ਹੀ ਚੰਗਾ। ਤੁਸੀਂ ਕੋਈ ਸਮਾਂ ਜੋ ਸਹੀ ਮੁੱਦੇ ਨੂੰ ਆ ਉਹ ਪਛਾਣੋ। ਸੋ ਜਿਹੜੇ ਲੋਕ ਕਹਿ ਰਹੇ ਜੀ ਇਹ ਟੈਰਰਿਸਟ ਆ, ਖਾਲਿਸਤਾਨੀ ਆ, ਜਿਹੜੇ ਰਾਈਟ ਵਿੰਗ ਵਾਲੇ ਆ ਖਾਸ ਤੌਰ ਤੇ ਗਰੁੱਪ, ਪਹਿਲਾਂ ਤਾਂ ਇਹ ਕਿਸੇ ਧਰਮ ਦਾ ਮਸਲਾ ਤਾਂ ਹੈ ਹੀ ਨਹੀਂ ਇਹਦੇ ਵਿੱਚ। ਕਿਸਾਨ ਦੀ ਕੋਈ ਧਰਮ ਨਹੀਂ ਹੁੰਦੀ। ਕਿਸਾਨ ਦੀ ਜਿਹੜੀ ਮਾਂ ਹੁੰਦੀ ਆ ਉਹ ਧਰਤੀ ਹੁੰਦੀ ਆ, ਲੈਂਡ ਹੁੰਦੀ ਆ, ਉਹਦਾ ਪੇ ਵੀ ਧਰਤੀ ਹੁੰਦੀ ਆ, ਉਹਦੇ ਬੱਚੇ ਵੀ ਧਰਤੀ ਹੁੰਦੀ ਆ, ਉਹਦਾ ਧਰਮ ਵੀ ਧਰਤੀ ਹੁੰਦੀ ਆ। ਇਹਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਇਨਵੋਲਵਡ ਆ, from all races, from all religions. ਰਹੀ ਗੱਲ ਟੈਰਰਿਸਟ ਦੀ ਜੀ, ਜਿਹੜੇ ਲੋਕ ਬਾਰ-ਬਾਰ ਟੈਰਰਿਸਟ ਕਹਿੰਦੇ ਆ, ਸੁਤੰਤਰ ਇੰਡੀਆ ਦਾ, you know who the first terrorist was of a free India? His name was Nathuram Godse. He was a right-wing extremist Hindu and he killed Mahatma Gandhi. So ਇਹ ਜੋ award terrorist ਹੈ ਜੀ, ਇਹ ਪਹਿਲਾਂ ਤਾਂ ਨਥੂਰਾਮ ਗੋਡਸੇ ਨੂੰ ਜਾਂਦਾ, ਜਿਨ੍ਹਾਂ ਨੇ ਫਾਦਰ ਆਫ ਦਾ ਨੇਸ਼ਨ ਗਾਂਧੀ ਜੀ ਦੀ ਹੱਤਿਆ ਕੀਤੀ, ਗੋਲੀ ਮਾਰੀ ਉਹਨੂੰ। ਸੋ ਹੁਣ ਉਹਨੂੰ ਤਾਂ ਰਾਈਟ ਵਿੰਗ ਵਾਲੇ ਜਿਹੜੇ ਆ ਪੂਜਦੇ ਆ, ਦੇ ਆਈਡਲਾਈਜ਼ ਹਿਮ। ਜਿਹੜੇ ਰਾਈਟ ਵਿੰਗ ਐਕਸਟ੍ਰੀਮਿਸਟ ਆ, they idolize the man who killed Mahatma Gandhi. They say ਉਹਦੇ ਵਰਗਾ ਤਾਂ ਕੋਈ ਦਲੇਰ ਹੀ ਨਹੀਂ, ਕੋਈ ਸ਼ੇਰ ਹੀ ਨਹੀਂ ਜੰਮਿਆ। ਸੋ ਖੁਦ ਤੁਸੀਂ ਇੱਕ ਟੈਰਰਿਸਟ ਨੂੰ ਆਈਡਲਾਈਜ਼ ਕਰਕੇ ਦੂਜਿਆਂ ਨੂੰ ਟੈਰਰਿਸਟ ਲੇਬਲ ਕਰ ਰਹੇ ਆ, ਇਹ ਕੋਈ ਚੰਗੀ ਗੱਲ ਨਹੀਂ। ਇਹ ਸਿਰਫ ਮੁੱਦਾ ਕੰਫਿਊਜ਼ ਕਰਨ ਦੇ ਇਸ਼ੂ ਆ। This is all a smoke screen to just confuse the issue. The issue here is about farmers getting a fair deal. It's about them having a minimum wage, which in effect at the moment is a maximum wage. So I'll explain how that happens. Imagine the minimum wage is £10 an hour. No? So it's £10 an hour. So you know you're never going to get paid lower than £10 an hour. Then you go out to get a job and all the employers say, we're only going to pay you £10 an hour. And you say, well, actually that's the minimum wage. You say, well, tough. If you don't want a job, go and get it somewhere else. But why should we pay you £11 an hour when we can pay you £10 an hour? And that happens in a lot of places. That happens in the UK as well, right? We've all known a place where we've worked minimum wage and they won't pay us anymore because that's how much they feel. That's how the farmers are at the moment. That minimum wage is supposed to support them to go higher. Instead, it's trapped them at a top level. So all minimum wage, actually maximum wage bani chukka hai. And so the government are trying to find a solution to save 90,000 crores a year. The farmers are saying, don't sell us out to the corporations. Well, then the middleman changaya, because at least we know who the middleman is. He's like a family member.
he helps us out. The small scale farmers are saying ਸਾਡੀ ਤਾਂ ਕੋਈ ਪੁੱਛਦਾ ਹੀ ਨਹੀਂ, ਜਿਹੜਾ small scale farmer ਜਿਹੜਾ ਇੱਕ ਦੋ ਖੇਤਾਂ ਦੀ ਖੇਤੀ ਕਰਦਾ ਉਹਦਾ ਤਾਂ ਵਿਚਾਰੇ ਨੂੰ ਕੋਈ ਪੁੱਛਦਾ ਹੀ ਨਹੀਂ, ਉਹਦੇ ਦਾ ਤਾਂ ਨਾ ਇਹਦੇ ਨਾਲ ਫਾਇਦਾ ਆ ਨਾ ਉਹਦੇ ਨਾਲ ਫਾਇਦਾ ਆ. He's going to still have to go to his local market and sell the crops. So ਆਪਾਂ ਨੂੰ ਜੋ solution ਲੱਭਣੀ ਚਾਹੀਦੀ ਆ, it should be for the entire farming community. I don't know what that solution is. At the moment, I don't know what the solution is. I can't make a suggestion. Yeah? And hopefully, मैं तो यही बेनती करूँगा जी कि ये सारे जिन्ने हैगे आ farming the जो union the leaders हैगे आ ते also government, they sit down and आपस ਵਿੱਚ ਕੋਈ ਸੁਲ੍ਹਾ ਕਰਨ ਜੋ ਕਿਸਾਨ ਦੇ ਹਿੱਤ ਵਿੱਚ ਹੋਵੇ. Not in favour of the corporations, not in favour of the RTA, not in favour of the government, but in favour of the actual man who's producing the good, who's toiling on the land, who's sweating blood and tears and everything on that land, and he's still not getting a full deal. He's still getting done out of his money. Yeah? So if you worked on a project and someone like Amazon came and they made more money on the project that you did, you'd feel a bit peeved off too. Right? So our situation here. Hopefully ਕੁਛ ਨਾ ਕੁਛ ਚਾਨਣਾ ਪੈ ਗਈ ਹੋਗੀ. ਮੇਰੇ ਲਈ ਇੰਨਾ ਹੀ ਬਹੁਤ ਸੀ ਅੱਜ ਤੁਸੀਂ ਕਹੋ ਭਾਜੀ ਤੂੰ ਸੂਟ ਪਾ ਕੇ ਆ ਦੇਖੋ ਨਵਾਂ ਦਫ਼ਤਰ ਲਿਆ ਆਪਾਂ ਸਾਰਿਆਂ ਨੂੰ ਪਤਾ ਹੁਣ ਆਪਾਂ ਸਾਊਥ ਹਾਲ ਦਫ਼ਤਰ ਆਪਣਾ ਜੋ ਹੈਗਾ ਛੱਡ ਦਿੱਤਾ ਹੈਗਾ ਆ ਤੇ ਆਪਾਂ ਨਵਾਂ ਦਫ਼ਤਰ ਲੈ ਲਿਆ ਸਕਾਈ ਦੇ ਸਾਹਮਣੇ ਗ੍ਰੇਟ ਵੈਸਟ ਰੋਡ ਤੇ ਹੈਗਾ ਆ ਜੋ ਸਕਾਈ ਦੇ ਸਾਹਮਣੇ GSK ਬਿਲਡਿੰਗ ਦੇ ਸਾਹਮਣੇ ਆ BMW ਗੈਰੇਜ ਦੇ ਲੱਗੇ ਆ ਮੇਨ A4 ਦੇ ਉੱਤੇ ਸੋ ਉੱਥੇ ਆ ਕੇ ਆਪਾਂ ਤੁਸੀਂ ਸਾਨੂੰ ਮਿਲ ਸਕਦੇ ਆ ਤੇ ਬੱਸਾਂ ਵੀ ਜਾਂਦੀਆਂ ਉੱਥੇ ਗੱਡੀਆਂ ਵੀ ਜਾਂਦੀਆਂ ਕਾਰ ਪਾਰਕਿੰਗ ਵੀ ਹੈਗੀ ਸਭ ਕੁਝ ਫੈਸਿਲਿਟੀਆਂ ਤੁਹਾਡੇ ਲਈ ਹੈਗੀ ਆ ਨਾਲੇ ਦਫ਼ਤਰ ਦੇਖ ਜਿਓ ਹਰਜਾਪ ਦਾ ਨਾਲੇ ਹੁਣ ਤੁਸੀਂ ਅੱਗੇ ਕੰਪਲੇਨ ਕਰਦੇ ਸੀ ਕਿ ਭਾਜੀ ਐਡਾ ਵੱਡਾ ਨਾਂ ਐਡਾ ਵੱਡਾ ਵਕੀਲ ਤੂੰ ਕਿੱਥੇ ਬੈਠਾ ਤੇ ਦਫ਼ਤਰ ਚ ਆਉਣ ਨੂੰ ਡਰ ਲੱਗਦਾ ਆ ਕਿ ਦਫ਼ਤਰ ਇਦਾਂ ਦਾ ਕੰਮ ਕਿੱਦਾਂ ਕਰੂੰਗੇ ਕੰਮ ਤਾਂ ਵੈਸੇ ਹੀ ਕਰੀ ਜਾਂਦੇ ਕੰਮ ਤਾਂ ਬੰਦੇ ਨੇ ਕਰਨਾ ਦਫ਼ਤਰ ਨੇ ਥੋੜੀ ਕਰਨਾ ਬਿਲਡਿੰਗ ਨੇ ਥੋੜੀ ਕਰਨਾ ਬਟ ਆਪਾਂ ਹੁਣ ਉਸ ਹਿਸਾਬ ਨਾਲ ਦਫ਼ਤਰ ਵੀ ਲੈ ਲਿਆ ਸੋ ਤਾਂ ਕਿ ਤੁਹਾਨੂੰ ਫਿਰ ਫਕਰ ਆਵੇ ਆਪਣੇ ਇਸ ਭਾਜੀ ਦੇ ਉੱਤੇ ਮੇਰੇ ਵੱਲੋਂ ਚਲੋ ਇੰਨਾ ਹੀ ਬਹੁਤ ਸੀ ਬਿਕੋਜ਼ ਹੁਣ 1 ਮਿੰਟ ਰਹਿ ਗਿਆ ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫਤੇ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ